ਤੇ ਪੰਜਾਬ ਦਾ ਹਾਲ ਇਹਨਾਂ ਮਾੜਾ ਕਿਉਂ ਦਿਖਾਇਆ ਜਾ ਰਿਹਾ ਜਾਂ ਅਸਲ ਵਿੱਚ ਹੈ? It was failure of intelligence. ਤੁਹਾਨੂੰ ਅੰਮ੍ਰਿਤਪਾਲ ਗਲਤ ਲੱਗਦਾ? ਜਿਹੜਾ ਕਿ ਲੋਕੀ ਕਹਿੰਦੇ ਨੇ ਕਿ ਸ਼ੁਰੂ ਹੋਇਆ ਪ੍ਰੋਪੇਗੈਂਡਾ he is Bhindranwale part 2, but whereas fact remains he was not Bhindranwale part 2 at all. ਸਨ Bhindranwale ਨੇ ਕਦੇ ਖਾਲਿਸਤਾਨ ਮੰਗਿਆ ਹੀ ਨਹੀਂ। ਤੁਹਾਨੂੰ ਹੁਣ ਵੀ ਲੱਗਦਾ ਕਿ ਉਹ ਕੋਈ ਅਲਰਟ ਕਰ ਰਿਹਾ ਉਹਨੂੰ? then I become wise. ਵਰਨਾ ਕਿਸੇ ਦੇ ਕੋਲ ਇੰਨਾ ਕੋਈ ਡਾਇਰੈਕਟ ਵਿਜ਼ਨ ਨਹੀਂ ਹੈਗਾ ਕਿ ਉਹ ਐਂਟੀਸਿਪੇਟ ਕਰ ਲਈ ਯੈਸ ਇਨਫੋਰਮੇਸ਼ਨ ਜਾ ਰਹੀ ਹੈਗੀ ਹੈ। ਮੇਰਾ ਸਵਾਲ ਹੈ ਅੰਮ੍ਰਿਤਪਾਲ ਨੂੰ ਫਿਰ ਇਸ ਤਰੀਕੇ ਪ੍ਰੋਜੈਕਟ ਕੌਣ ਕਰ ਰਿਹਾ ਹੈ? Basically, I see it clearly as a game of some group, some intelligence agency. ਪੰਜਾਬ ਨੂੰ ਇਹ ਕਿਹਾ ਜਾ ਰਿਹਾ ਕਿ ਕਾਲੇ ਦੌਰ ਵੱਲ ਪੰਜਾਬ ਮੁੜ ਸਕਦਾ, ਜਿਹਨੂੰ ਕਈ ਔਖਾ ਦੌਰ ਵੀ ਕਹਿੰਦੇ ਆ। Anti-social elements, ਸ਼ਗੂਫਾ ਛੱਡ ਕੇ ਕੋਈ ਤਮਾਸ਼ਾ ਕਰਕੇ ਥੋੜਾ ਇਸ ਤਰ੍ਹਾਂ ਦਾ ਹਵਾ ਕਰਨ ਦੀ ਕੋਸ਼ਿਸ਼ ਕਰਦੇ ਹਨ। But this situation is absolutely impossible. No ਕਾਲਾ ਦੌਰ, no ਖਾਲਿਸਤਾਨ, no nothing is not possible. ਤੇ ਪੂਰੇ ਪੰਜਾਬ ਨੂੰ ਤਾਂ ਇਸ ਤਰੀਕੇ ਪੇਂਟ ਕੀਤਾ ਜਾ ਰਿਹਾ ਕਿ ਟੈਰਰਿਜ਼ਮ ਇੱਥੇ ਵਾਪਸ ਆ ਰਿਹਾ ਹੈ, ਉਹ ਖਾਲਿਸਤਾਨ ਦੀ ਡਿਮਾਂਡ ਕਰਦੇ ਪਏ ਆ। ਪੰਜਾਬ ਨੂੰ ਤਾਂ ਇਸ ਤਰੀਕੇ ਪੇਂਟ ਕੀਤਾ ਜਾ ਰਿਹਾ। ਜਿਹੜੇ ਵੀ ਕਰ ਰਹੇ ਹੈਗੇ ਨੇ ਕਿ ਇਸ ਤਰ੍ਹਾਂ ਦੀ ਗੱਲ ਕਰ ਰਹੇ ਹੈਗੇ, ਮੈਂ ਸਮਝਦਾ ਹਾਂ ਉਹ ਪੰਜਾਬ ਦੇ ਨਹੀਂ ਬਲਕਿ ਸਾਡੇ ਭਾਰਤ ਦੇਸ਼ ਦੇ ਵੀ ਦੁਸ਼ਮਣ ਹੈਗੇ ਨੇ। ਇਸ ਵਕਤ ਕੋਈ ਇਹੋ ਜਿਹੇ ਅਫਸਰ ਹੈਗੇ ਆ ਜਿਹੜੇ ਪੀਐਮਓ ਤੱਕ ਕੋਈ ਜਿਹੜੀ ਧਰਾਤਲ ਤੇ ਜੋ ਪੰਜਾਬ ਵਿੱਚ ਹੋ ਰਿਹਾ ਉਹ ਇਨਪੁਟ ਦਿੰਦੇ ਪਏ ਆ? ਦਿੱਲੀ ਦੇ ਵਿੱਚ ਬਹੁਤ ਸਾਰੇ ਆਫੀਸਰਸ ਹੈਗੇ ਨੇ who belong to ਪੰਜਾਬ। ਉਹਨਾਂ ਦਾ ਕੰਮ ਹੈਗਾ ਇਨਫੋਰਮੇਸ਼ਨ ਦੇਣਾ। they are being paid for it. ਸਰ ਮੈਸੇਜ ਤਾਂ ਇਹ ਦਿੱਤਾ ਜਾ ਰਿਹਾ ਕਿ ਸਾਰੇ ਐਕਟਿਵ ਹੋ ਕੇ ਕੰਮ ਨਾ ਕਰਦੇ ਤਾਂ ਖਾਲਿਸਤਾਨ ਤਾਂ ਬਣ ਜਾਣਾ ਸੀ। ਕਿਸੇ ਬੰਦੇ ਤੇ ਕਹਿਣ ਤਾਂ ਨਹੀਂ ਬੰਦਾ ਹੈਗਾ। ਕੋਈ ਵੀ ਗੱਲ ਜਿਹੜੀ ਸ਼ੁਰੂ ਹੁੰਦੀ ਉਹਦੀ ਲੋਕਾਂ ਦਾ ਸਪੋਰਟ ਚਾਹੀਦਾ ਹੈਗਾ। ਕੀ ਹੋਇਆ ਜਗਜੀਤ ਸਿੰਘ ਚੌਹਾਨ ਦਾ? ਕੁਝ ਹੋਇਆ ਸੀ? ਨਥਿੰਗ। ਇਹ ਉਹ ਅੰਮ੍ਰਿਤਪਾਲ ਆ ਜਿਹੜਾ ਥਾਣੇ ਦੇ ਬਾਹਰ ਖੜਾ ਹੋ ਕੇ ਲਲਕਾਰੇ ਮਾਰਦਾ ਪਿਆ ਸੀਗਾ, ਉਹ ਭਗੌੜਾ ਕਿਵੇਂ ਹੋ ਗਿਆ? ਤੁਸੀਂ ਇਸ ਤਰ੍ਹਾਂ ਦੇ ਸਥਾਨ ਦੇ ਵਿੱਚ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਜਾ ਸਕਦੇ ਹੈਗੇ ਹੋ? ਏਜੰਸੀਜ਼ ਦਾ, ਪੁਲਿਸ ਦਾ, ਸਰਕਾਰਾਂ ਦਾ ਪ੍ਰੈਸ਼ਰ ਪੈਣਾ ਸ਼ੁਰੂ ਹੁਆ ਤਾਂ ਉਹਨੇ ਕਿਹਾ ਕਿ ਹੁਣ ਭਗੌੜਾ ਹੋ ਜਾਓ। ਉਹੀ ਬੰਦਾ ਹੈਗਾ ਜਿਹੜਾ ਕਿ ਇੱਕ ਸਟੇਟਮੈਂਟ ਦਿੰਦਾ ਸੀ ਕਿ ਮੇਰੇ ਤੇ ਕੁਝ ਵੀ ਹੋ ਜਾਏ ਮੈਂ ਤਾਂ ਨਹੀਂ ਨੱਠਾਂਗਾ, ਤਾਂ ਨੱਠ ਗਿਆ। ਜਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਕੇਪੀ ਸਿੰਘ। ਵਿਊ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਪੰਜਾਬ ਦੇ ਹਾਲਾਤਾਂ ਤੇ ਲਗਾਤਾਰ ਚਰਚਾ ਹੋ ਰਹੀ ਹੈ। ਪੰਜਾਬ ਦੇ ਹਾਲਾਤ ਅਸਲ ਵਿੱਚ ਉਹੋ ਜਿਹੇ ਹੈਗੇ ਆ ਜੋ ਜੇ ਦਿਖਾਏ ਜਾ ਰਹੇ ਆ। ਜ਼ਮੀਨ ਤੇ ਕੀ ਹੈਗਾ ਇਸ ਬਾਬਤ ਗੱਲਬਾਤ ਕਰਾਂਗੇ। ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਬਕਾ ਡੀਜੀਪੀ ਸ਼ਸ਼ੀਕਾਂਤ ਹਰੀ, ਜਿਨ੍ਹਾਂ ਨੂੰ ਤਕਰੀਬਨ 4 ਦਹਾਕਿਆਂ ਦਾ ਤਜਰਬਾ ਹੈ। ਇੰਟੈਲੀਜੈਂਸ ਵਿੱਚ ਰਹੇ, ਆਈਬੀ 'ਚ ਰਹੇ, ਰਾਅ 'ਚ ਰਹੇ। ਭਾਰਤ ਦੀ ਕੋਈ ਇਹੋ ਜਿਹੀ ਏਜੰਸੀ ਨਹੀਂ ਜਿਹਦੇ ਵਿੱਚ ਉਹਨਾਂ ਨੇ ਕੰਮ ਨਾ ਕੀਤਾ ਹੋਵੇ। ਪੀਐਮਓ ਤੱਕ ਉਹਨਾਂ ਨੇ ਕੰਮ ਕੀਤਾ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ 'ਚ ਕੰਮ ਕੀਤਾ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਰਾਜੀਵ ਗਾਂਧੀ, ਚੰਦਰ ਸ਼ੇਖਰ ਰਾਣਾ ਨਾਲ ਉਹਨਾਂ ਨੇ ਕੰਮ ਕੀਤਾ। ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਪੰਜਾਬ ਨੂੰ ਇਸ ਤਰੀਕੇ ਪੇਂਟ ਕਿਉਂ ਕੀਤਾ ਜਾ ਰਿਹਾ, ਅਸਲ ਵਿੱਚ ਪੰਜਾਬ 'ਚ ਹਾਲਾਤ ਕੀ ਹੈ ਕੀ ਹੈ। ਅੰਮ੍ਰਿਤਪਾਲ ਐਪੀਸੋਡ ਦੇ ਨਾਲ ਖਾਲਿਸਤਾਨ ਵਾਲਾ ਮੁੱਦਾ ਪੰਜਾਬ 'ਚ ਕਿਉਂ ਉਭਾਰਿਆ ਜਾ ਰਿਹਾ। ਸਾਬਕਾ ਡੀਜੀਪੀ ਸ਼ਸ਼ੀਕਾਂਤ, ਬਹੁਤ ਸਵਾਗਤ ਹੈ ਸਰ ਤੁਹਾਡਾ। ਧੰਨਵਾਦ ਤੁਹਾਡਾ। ਸੋ ਕੀ ਹਾਲ ਹੈ ਸਰ ਤੁਹਾਡਾ? ਐਨ ਵਧੀਆ, ਚੜ੍ਹਦੀ ਕਲਾ। ਤੁਸੀਂ ਸੱਦਿਆ, ਹੋਰ ਚੰਗੀ ਹੋ ਗਈ ਹਾਲ। ਤੇ ਪੰਜਾਬ ਦਾ ਹਾਲ ਇਹਨਾਂ ਮਾੜਾ ਕਿਉਂ ਦਿਖਾਇਆ ਜਾ ਰਿਹਾ ਜਾਂ ਅਸਲ ਵਿੱਚ ਹੈ? ਪੰਜਾਬ ਦਾ ਹਾਲ ਚਾਲ ਇਹਨਾਂ ਮਾੜਾ ਇਸ ਕਰਕੇ ਵਿਖਾਇਆ ਜਾ ਰਿਹਾ ਹੈਗਾ ਕਿਉਂਕਿ ਹੁਣ ਮੈਂ ਡੀਜੀਪੀ ਨਹੀਂ ਹੈਗਾ ਪੰਜਾਬ ਦਾ। ਜੇ ਤੁਸੀਂ ਹੁੰਦੇ ਫਿਰ ਨਾ ਇਹੋ ਜਿਹੇ ਹਾਲਾਤ ਹੁੰਦੇ। ਦੇਖੋ, ਨੋ ਡਾਊਟ ਗੌਰਵ ਇਜ਼ ਡੂਇੰਗ ਗੁੱਡ ਵਰਕ, ਪਰ ਮੈਂ ਸਮਝਦਾ ਹੈਗਾ ਕਿ ਜਿਹੜਾ ਇਸ ਤਰ੍ਹਾਂ ਦੀ ਪੋਜੀਸ਼ਨ ਹੈਗੀ ਹੈ, ਜੇ ਉੱਥੇ ਕਿਸੇ ਬੰਦੇ ਨੇ ਸਫਲ ਹੋਣਾ ਹੈਗਾ, ਉਹਦੇ ਕੋਲ ਵੇਰੀਡ ਐਕਸਪੀਰੀਅੰਸ ਹੋਣਾ ਚਾਹੀਦਾ ਹੈਗਾ ਲਾਅ ਐਂਡ ਆਰਡਰ ਦਾ। ਇਹ ਸਰਟਨ ਅਮਾਊਂਟ ਜਿਹੜਾ ਹੈਗਾ ਵਿਜ਼ਨ ਕਿ ਅੱਗੇ ਕੀ ਹੋ ਸਕਦਾ ਹੈਗਾ, ਕਿਉਂਕਿ ਜੇ ਤੁਸੀਂ ਵਿਜ਼ਨ ਨਹੀਂ ਰੱਖੋਗੇ ਆਪਣੇ ਕੋਲ ਤਾਂ ਕੁਝ ਨਾ ਕੋਈ ਸਮੱਸਿਆ ਹੋ ਸਕਦੀ ਹੈ। ਦੈਨ ਉਹਦੇ ਕੋਲ ਇੱਕ ਹੋਰ ਹੋਣਾ ਚਾਹੀਦਾ ਹੈਗਾ ਕਿ ਪੋਲੀਟੀਕਲ ਲੀਡਰਸ਼ਿਪ ਜੀ ਹੈਗੀ ਹੈ ਉਹਦੇ ਅੱਗੇ ਸਕੰਬ ਨਾ ਹੋਏ। ਤਾਂ ਇਹ 3-4 ਪੁਆਇੰਟਸ ਹੈਗੇ ਨੇ ਜਿਹਦੇ 'ਚ ਮੈਂ ਸਮਝਦਾ ਹੈਗਾ ਕੋਈ ਵੀ ਪੁਲਿਸ ਅਫਸਰ ਹੈਗਾ, ਡੀਜੀਪੀ ਦੀ ਤੇ ਗੌਰਵ ਦੀ ਗੱਲ ਤੇ ਮਜ਼ਾਕ 'ਚ ਕੀਤੀ, ਜਿਹਦੇ ਕੋਲ ਇਹ ਕੁਆਲਿਟੀਜ਼ ਹੋਣੀ ਜ਼ਰੂਰੀ ਹੈਗੀਆਂ ਨੇ। ਸਟੇਟ ਦੇ ਵਿੱਚ, ਜ਼ਿਲ੍ਹੇ ਦੇ ਵਿੱਚ, ਸਬ ਡਿਵੀਜ਼ਨ ਦੇ ਵਿੱਚ ਲਾਅ ਐਂਡ ਆਰਡਰ ਸਿਚੁਏਸ਼ਨ ਬ੍ਰਿਊ ਅਪ ਹੋ ਰਹੀ ਹੈਗੀ ਹੈ, ਵਿਜ਼ੂਅਲਾਈਜ਼ ਕਰਨੀ ਚਾਹੀਦੀ ਹੈਗੀ ਹੈ, ਐਂਟੀਸਿਪੇਟ ਕਰਨੀ ਚਾਹੀਦੀ ਹੈਗੀ ਹੈ, ਐਡੀਕੁਏਟ ਪ੍ਰੀਵੈਂਟਿਵ ਐਕਸ਼ਨਸ ਲੈਣੇ ਚਾਹੀਦੇ ਹੈਗੇ ਨੇ, ਜਿਹੜਾ ਕਿ ਆਮ ਤੌਰ 'ਤੇ ਮੈਂ ਵੇਖ ਰਿਹਾ ਹੈਗਾ ਜਿਹੜਾ ਅਫਸਰ ਹੈਗੇ ਨੇ ਅੱਜ ਕੱਲ੍ਹ ਨਹੀਂ ਕਰ ਰਹੇ ਹੈਗੇ। ਦੇ ਡੋਂਟ ਹੈਵ ਦ ਇਨਫੋਰਮੇਸ਼ਨ ਈਵਨ। ਤੁਸੀਂ ਇਸ ਨੂੰ ਇੰਟੈਲੀਜੈਂਸ ਫੇਲੀਅਰ ਮੰਨਦੇ ਹੋ ਜੋ ਪੰਜਾਬ 'ਚ ਮੌਜੂਦਾ ਹਾਲਾਤ ਹੈ, ਜਾਂ ਤੁਸੀਂ ਪੰਜਾਬ ਪੁਲਿਸ ਉਸ ਵਿਜ਼ਨ ਨਾਲ ਕੰਮ ਨਹੀਂ ਕਰ ਰਹੀ ਜਿਸ ਨਾਲ ਉਹਨਾਂ ਨੂੰ ਕਰਨਾ ਚਾਹੀਦਾ? ਦੇਖੋ, ਪਾਰਟਲੀ ਇਹਨੂੰ ਮੈਂ ਕਹਾਂਗਾ ਇੰਟੈਲੀਜੈਂਸ ਫੇਲੀਅਰ, ਪਾਰਟਲੀ ਮੈਂ ਕਹਾਂਗਾ ਕਿ ਜਿਸ ਵਿਜ਼ਨ ਦੇ ਨਾਲ ਕੰਮ ਕਰਨਾ ਚਾਹੀਦਾ ਹੈਗਾ ਉਹ ਵਿਜ਼ਨ ਨਹੀਂ ਹੈਗਾ। ਹੁਣ ਮੈਂ ਚਲੋ ਲੈਟਸ ਕਮ ਔਨ ਟੂ ਦ ਬ੍ਰਾਸ ਟੈਕਸ, ਜਿਹੜੀ ਤੁਸੀਂ ਗੱਲ ਕਰ ਰਹੇ ਹੋ। ਮੈਂ ਸਮਝ ਰਿਹਾ ਤੁਸੀਂ ਕੀ ਗੱਲ ਕਰ ਰਹੇ ਹੈਗੇ ਹੋ। ਤੁਸੀਂ ਗੱਲ ਕਰ ਰਹੇ ਹੈਗੇ ਅੰਮ੍ਰਿਤਪਾਲ ਜਦੋਂ ਉਹਦਾ ਪੈਰਾ ਡ੍ਰੌਪਿੰਗ ਹੋਈ ਹੈਗੀ ਹੈ ਪੰਜਾਬ ਦੇ ਵਿੱਚ,
आई एम यूजिंग द वर्ड पैरा ड्रॉपिंग क्योंकि ही केम आउट ऑफ नो वेयर ऑलमोस्ट। तो ਉਹਦੇ ਵਿੱਚ ਇੱਕ ਵਿਜ਼ਨ ਹੋਣਾ ਚਾਹੀਦਾ ਸੀ ਕਿ ਅੱਗੇ ਇਹਦੇ 'ਚ ਕੀ ਹੋ ਸਕਦਾ ਹੈਗਾ। ਜਦੋਂ ਅੰਮ੍ਰਿਤਪਾਲ ਇੱਥੇ ਪੰਜਾਬ 'ਚ ਆਇਆ ਤੇ ਪਹਿਲੇ ਉਹਨੇ ਕੰਮ ਸ਼ੁਰੂ ਕੀਤਾ। ਪਹਿਲੇ ਤਾਂ ਸਵਾਲ ਇਹ ਹੋਣਾ ਚਾਹੀਦਾ ਸੀ ਕਿ ਆਊਟ ਆਫ ਨੋਵੇਅਰ ਕਿਸ ਤਰੀਕੇ ਨਾਲ ਆ ਗਿਆ, ਕਿਸ ਤਰੀਕੇ ਦੇ ਨਾਲ ਉਹਨੇ ਵਾਰਿਸ ਪੰਜਾਬ ਦਾ ਆਰਗੇਨਾਈਜੇਸ਼ਨ ਹੈਗਾ ਉਹਨੂੰ ਕੈਪਚਰ ਕੀਤਾ। ਤੇ ਇਹਦਾ ਥੋੜਾ ਪਿਛੋਕੜ ਆਲਸੋ ਦੀਪ ਸਿੱਧੂ ਹੀ ਹੈਡ ਬਿਕਮ ਅ ਯੂਥ ਆਈਕਨ, ਰਾਈਟ। ਦੀਪ ਸਿੱਧੂ ਨੇ ਜਿਹੜਾ ਫਾਰਮਰਸ ਐਜੀਟੇਸ਼ਨ ਸੀ ਉਹਦੇ ਵਿੱਚ ਵੀ ਸੀ। ਉਹਦੇ ਬਾਅਦ ਰੈੱਡ ਫੋਰਟ ਦੇ ਉੱਤੇ ਜਿਹੜਾ ਕੁਝ ਹੋਇਆ ਹੈਗਾ 26 ਜਨਵਰੀ ਨੂੰ ਉਹ ਵੀ ਸੀ। ਔਰ ਬਦਕਿਸਮਤੀ ਦੇ ਨਾਲ ਉਹਦੀ 27 ਜਨਵਰੀ ਨੂੰ ਐਕਸੀਡੈਂਟ ਦੇ ਵਿੱਚ ਡੈਥ ਹੋ ਜਾਂਦੀ ਹੈਗੀ ਹੈ। ਉਹਦੇ ਬਾਅਦ ਸਮਬਡੀ ਕਮਸ ਅਪ ਔਰ ਵਾਰਿਸ ਪੰਜਾਬ ਦਾ ਆਰਗੇਨਾਈਜੇਸ਼ਨ ਜਿਹੜਾ ਹੈਗਾ ਉਹਨੂੰ ਲਿਟਰਲੀ ਕੈਪਚਰ ਕਰਦਾ ਹੈਗਾ ਪਰਿਵਾਰ ਦੀ ਜਾਂ ਉੱਥੇ ਜਿਹੜੇ ਕਰੰਟ ਆਫਿਸ ਬੇਅਰਰਸ ਹੈਗੇ ਨੇ ਉਹਨਾਂ ਦੀ ਮਦਦ ਦੇ ਬਗੈਰ। ਔਰ ਆਪਣੀ ਜਿਹੜੀ ਦਸਤਾਰਬੰਦੀ ਵੀ ਹੁੰਦੀ ਹੈਗੀ ਹੈ ਉਹ ਵੀ ਇੱਕ ਸਥਾਨ ਜਿਹੜਾ ਹੈਗਾ ਜਿਹੜਾ ਬੜਾ ਨਾਂ ਹੈਗਾ ਹੈ। ਉੱਥੇ ਜਾ ਕੇ ਦਸਤਾਰਬੰਦੀ ਹੁੰਦੀ ਹੈ ਜਿਹਦੇ ਵਿੱਚ ਉਹਦੇ ਪਰ ਦੀਪ ਸਿੱਧੂ ਦੇ ਪਰਿਵਾਰ ਦਾ ਜਾਂ ਉਹਨਾਂ ਦੇ ਆਰਗੇਨਾਈਜੇਸ਼ਨ ਦਾ ਕੋਈ ਬੰਦਾ ਨਹੀਂ ਹੈਗਾ। ਇਹ ਤੋਂ ਸ਼ੁਰੂ ਹੁੰਦੀ ਹੈਗੀ ਇਹ ਗੱਲ ਜਿਹਨੂੰ ਕਿ ਐਂਟੀਸਿਪੇਟ ਕਰਨਾ ਚਾਹੀਦਾ ਸੀ ਕਿ ਜੇ ਕੋਈ ਬੰਦਾ ਬਾਹਰੋਂ ਆ ਕਰਕੇ ਇਸ ਇੰਪੋਰਟੈਂਟ ਪੋਜੀਸ਼ਨ ਆਕੂਪਾਈ ਕਰ ਲੈਂਦਾ ਹੈਗਾ ਜਿਹਦੇ ਵਿੱਚ ਉਹਦਾ ਲੋਕਾਂ ਦੇ ਵਿਚਕਾਰ ਸਿੱਧਾ ਪ੍ਰਭਾਵ ਜਾ ਸਕਦਾ ਹੈਗਾ। ਇਹਦਾ ਕਾਰਨ ਕੀ ਹੈਗਾ, ਇਹਦਾ ਪਿਛੋਕੜ ਕੀ ਹੈਗਾ, ਕਿੱਥੋਂ ਸ਼ੁਰੂ ਹੋਇਆ। ਪਹਿਲੀ ਗਲਤੀ ਤੇ ਪੰਜਾਬ ਪੁਲਿਸ ਦੇ ਨਾਲ, ਇੰਟੈਲੀਜੈਂਸ ਏਜੰਸੀਜ਼ ਦੇ ਨਾਲ ਦੇ ਵੱਲੋਂ ਇਹ ਹੋਈ ਹੈਗੀ ਕਿ ਦੇ ਕੁਡਨਟ ਵਿਜ਼ੂਅਲਾਈਜ਼, ਨਾ ਉਹਨਾਂ ਨੇ ਕੋਸ਼ਿਸ਼ ਕੀਤੀ ਇਹਨੂੰ ਵਿਜ਼ੂਅਲਾਈਜ਼ ਕਰਨ ਦੀ। ਨਹੀਂ, ਉਹ ਗਲਤੀ ਤੁਸੀਂ ਮੰਨਦੇ ਹੋ ਜਾਂ ਉਹ ਗਲਤੀ ਕਰਵਾਈ ਗਈ ਤੁਸੀਂ ਮੰਨਦੇ ਹੋ? ਟੂ ਸਟਾਰਟ ਵਿਦ ਮੈਂ ਸਮਝਦਾ ਹੈਗਾ ਗਲਤੀ ਹੋਈ ਵੀ ਔਰ ਗਲਤੀ ਬਾਅਦ ਦੇ ਵਿੱਚ ਗਲਤੀਆਂ ਕਰਵਾਈ ਗਈ ਕਿਉਂਕਿ ਪਹਿਲੇ ਤਾਂ ਜਿਹੜਾ ਪੁਲਿਸ ਦਾ ਕੰਮ ਕੀ ਹੈਗਾ ਜਦੋਂ ਕੋਈ ਵੀ ਗੱਲ ਹੁੰਦੀ ਹੈਗੀ ਅਸੀਂ ਸਿੱਧਾ ਜਾਂਦੇ ਨੇ ਕਿੰਤੂ ਪਰੰਤੂ ਦੇ ਵਿੱਚ। ਇਹ ਘਟਨਾਵਾਂ ਜਿਹੜੀ ਮੈਂ ਦੱਸੀ ਦੀਪ ਸਿੱਧੂ ਦੀ ਤੇ ਉਹਨਾਂ ਦੀ ਡੈਥ ਦੀ ਤੇ ਵਾਰਿਸ ਪੰਜਾਬ ਆਰਗੇਨਾਈਜੇਸ਼ਨ ਸੈਟਅਪ ਹੋਣ ਦੀ ਤੇ ਉਹਨੂੰ ਕੈਪਚਰ ਕਰਨ ਦੀ, ਇਹ ਤੋਂ ਸਿੱਧੀ ਇੱਕ ਗੱਲ ਖੜੀ ਹੋ ਜਾਣੀ ਚਾਹੀਦੀ ਸੀ ਪੰਜਾਬ ਇੰਟੈਲੀਜੈਂਸ ਵੱਲੋਂ ਪਾਰਟਿਕੂਲਰਲੀ ਕਿ ਇਹ ਡਿਵੈਲਪਮੈਂਟ ਜਿਹੜਾ ਹੋ ਰਿਹਾ ਹੈਗਾ ਥੋੜਾ ਸਮਝ ਨਹੀਂ ਆ ਰਿਹਾ ਹੈਗਾ। ਦੈਟ ਵਾਸ ਦ ਫਰਸਟ ਫੇਲਿਅਰ ਆਫ ਦ ਇੰਟੈਲੀਜੈਂਸ। ਔਰ ਇੰਟੈਲੀਜੈਂਸ ਦਾ ਕੰਮ ਹੈਗਾ ਆਈ ਹੈਵ ਵਰਕਡ ਇਨ ਪੰਜਾਬ ਇੰਟੈਲੀਜੈਂਸ ਆਲਸੋ। ਪੰਜਾਬ ਇੰਟੈਲੀਜੈਂਸ ਜਿਹੜਾ ਹੈਗਾ ਉਹਦਾ ਹੈਡ ਜਿਹੜਾ ਹੁੰਦਾ ਹੈ ਮੁਖੀ ਹੁੰਦਾ ਉਹ ਰੋਜ਼ ਦਾ ਰੋਜ਼ ਘੱਟ ਤੋਂ ਘੱਟ ਇੱਕ ਵਾਰੀ ਤੇ ਮੁੱਖ ਮੰਤਰੀ ਨੂੰ ਮਿਲ ਕੇ ਜਿਹੜੀ ਸਿਚੁਏਸ਼ਨ ਹੈਗੀ ਹੈ ਸਟੇਟ ਦੀ ਉਹਦੇ ਬਾਰੇ ਚਰਚਾ ਕਰਦਾ ਹੈਗਾ, ਦੱਸਦਾ ਹੈਗਾ ਇਹ ਸਿਚੁਏਸ਼ਨ ਹੈਗੀ ਹੈ, ਇਸ ਤਰ੍ਹਾਂ ਹੋਈ ਹੈਗੀ ਹੈ, ਅੱਗੇ ਹੋ ਸਕਦੀ ਹੈਗੀ ਹੈ। ਮੈਨੂੰ ਨਹੀਂ ਪਤਾ ਕਿ ਮੁੱਖ ਮੰਤਰੀ ਦੇ ਨਾਲ ਪੰਜਾਬ ਇੰਟੈਲੀਜੈਂਸ ਦੇ ਜਿਹੜੇ ਵੀ ਕੁਝ ਸਮੇਂ ਹੈਡ ਰਹੇ ਹੋਣ, ਮੈਨੂੰ ਨਹੀਂ ਪਤਾ ਕੌਣ ਸੀ ਇਹ ਗੱਲਾਂ ਹੋਈਆਂ ਕਿ ਨਹੀਂ ਹੋਈਆਂ ਤੇ ਉਹਦੇ 'ਚ ਕੀ ਫੈਸਲਾ ਹੋਇਆ। ਟੂ ਸਟਾਰਟ ਵਿਦ ਆਲ ਸੇ ਇਟ ਵਾਸ ਫੇਲਿਅਰ ਆਫ ਇੰਟੈਲੀਜੈਂਸ। ਇੰਟੈਲੀਜੈਂਸ ਨੂੰ ਉਸ ਵੇਲੇ ਪ੍ਰੀਵੇਲ ਕਰਨਾ ਚਾਹੀਦਾ ਸੀਐਮ ਨੇ। ਇਹ ਜਿਹੜੀ ਗੱਲਾਂ ਹੋ ਰਹੀਆਂ ਨੇ ਕੁਝ ਗੱਲੇ ਉਤਰ ਨਹੀਂ ਰਹੀਆਂ ਹੈਗੀਆਂ, ਦੇयर इज ਸਮਥਿੰਗ ਬਿਹਾਈਂਡ ਇਟ। ਜੋ ਇੱਕ ਚੇਨ ਬਣਾ ਕੇ ਸਾਡੇ ਸਾਹਮਣੇ ਰੱਖੀ ਗਈ ਹੈ ਕਿ ਉਹ ਹਰਿਆਣਾ 'ਚ ਦੇਖਿਆ ਗਿਆ, ਪੰਜਾਬ 'ਚ 18 ਤਰੀਕ ਨੂੰ ਇਹ ਸਾਰਾ ਆਪਰੇਸ਼ਨ ਸ਼ੁਰੂ ਹੁੰਦਾ, 19 ਨੂੰ ਹੋਸ਼ਾਬਾਦ ਦੇਖਿਆ ਜਾਂਦਾ, ਉਹ ਸਾਰੀਆਂ ਕੜੀਆਂ ਜੁੜਦੀਆਂ ਪਈਆਂ ਪੰਜਾਬ ਪੁਲਿਸ ਅੱਗੇ ਰੱਖਦੀ ਪਈ ਹੈ, ਪਰ ਉਸ ਕੜੀਆਂ ਦੇ ਵਿਚਾਲੇ ਅੰਮ੍ਰਿਤਪਾਲ ਕਿੱਥੇ ਹੈ? ਦੇਖੋ ਅੰਮ੍ਰਿਤਪਾਲ ਇਨ ਕੜੀਆਂ ਦੇ ਵਿਚਕਾਰ ਕਿੱਥੇ ਹੈਗਾ ਮੈਂ ਸਮਝਦਾ ਇਹਦੇ ਪਹਿਲੇ ਸਾਨੂੰ ਹੋਰ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈਗਾ। ਅੰਮ੍ਰਿਤਪਾਲ ਨੇ ਜਦੋਂ ਇੱਥੇ ਕੰਮ ਕਰਨਾ ਸ਼ੁਰੂ ਕੀਤਾ ਅੰਮ੍ਰਿਤ ਸੰਚਾਰ ਦਾ, ਜਿਹੜੇ ਡਰੱਗ ਦੇ ਵਿੱਚ ਲੋਕੀ ਫਸੇ ਹੈਗੇ ਨੇ ਉਹਨਾਂ ਨੂੰ ਏਡ ਦੇਣ ਦਾ, ਡੀ ਐਡਿਕਸ਼ਨ ਕੈਂਪ ਦਾ, ਇਟ ਵਾਸ ਵਨ ਸਟੈਪ ਜਿਹਨੂੰ ਕਿ ਮੈਂ ਸਮਝਦਾ ਹੈਗਾ ਹਰ ਆਨਸਰ ਨੂੰ ਕੈਨ ਵੈਲਕਮ ਇਟ, ਹੀ ਸੇ ਇਟਸ ਅ ਗੁੱਡ ਸਟੈਪ। ਅੰਮ੍ਰਿਤ ਸੰਚਾਰ ਹੋ ਰਿਹਾ ਬੜੀ ਚੰਗੀ ਗੱਲ ਹੈਗੀ ਹੈ। ਜੋ ਡਰੱਗ ਐਡਿਕਟਸ ਹੈਗੇ ਨੇ ਉਹਨਾਂ ਨੂੰ ਰਿਹੈਬਿਲਿਟੇਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਬਹੁਤ ਚੰਗੀ ਗੱਲ ਹੈਗੀ, ਉਹ ਹੋ ਗਈ। ਸੌਰੀ ਤੁਹਾਡੀ ਗੱਲ ਤੋਂ ਆਉਣ ਤੋਂ ਪਹਿਲੇ ਮੈਂ ਸਾਰਾ ਸਿਲਸਿਲੇਵਾਰ ਦੱਸਿਆ, ਉਹਦੇ ਬਾਅਦ ਸਾਰਾ ਹੁੰਦਾ ਰਿਹਾ। ਅੰਮ੍ਰਿਤਪਾਲ ਜਿਹੜਾ ਕਿ ਆਪਣੀ ਪੋਜੀਸ਼ਨ ਗੇਨ ਕਰ ਰਿਹਾ ਸੀ ਉਹਦੇ ਕੋਲੋਂ ਇੱਕ ਬੜੀ ਜ਼ਬਰਦਸਤ ਗਲਤੀ ਹੋ ਗਈ ਜਿਹੜਾ ਕਿ ਉਹਨੇ ਜਾ ਕੇ ਅਜਨਾਲਾ 'ਚ ਕੀਤਾ। ਉਹਦੇ ਕਰਕੇ ਜਿਹੜੇ ਸਾਡੇ ਜਿਹੜੇ ਰਿਲੀਜੀਅਸ ਹੈਡਸ ਹੈਗੇ ਨੇ, ਰਿਲੀਜੀਅਸ ਫਿਗਰਸ ਹੈਗੀਆਂ ਨੇ, ਉਹਨਾਂ ਨੇ ਉਹਦੇ ਉੱਤੇ ਕੁਝ ਕਿੰਤੂ ਪਰੰਤੂ ਕੀਤੀ ਤੇ ਆਮ ਜਨਤਾ ਦੇ ਵਿੱਚ ਵੀ ਇਸ ਤਰ੍ਹਾਂ ਦਾ ਰੋਸ਼ ਹੋਇਆ। ਇਹ ਸਾਰੀ ਕਹਾਣੀ ਜਿਹੜੀ ਹੈਗੀ ਹੈ ਨੱਠਣ ਦੀ ਭੱਜਣ ਦੀ ਉਹਦੇ ਬਾਅਦ ਹੋਣੀ ਸ਼ੁਰੂ ਹੋਈ। ਸਰਕਾਰ ਕਹਿੰਦੀ ਹੈਗੀ ਹੈ ਕਿ G20 ਹੋ ਰਿਹਾ ਸੀ ਇਸ ਕਰਕੇ ਅਸੀਂ ਵੀ ਵਾਂਟਡ ਸਮ ਟਾਈਮ, ਜਿਹੜਾ ਵੀ ਹੈਗਾ ਉਹਨਾਂ ਦਾ ਐਕਸਪਲੇਨੇਸ਼ਨ ਉਹਨਾਂ ਨੂੰ ਮੁਬਾਰਕ। ਪਰ ਉਹਦੇ ਬਾਅਦ ਵੀ ਜਦੋਂ ਅਜਨਾਲੇ 'ਚ ਹੋ ਗਿਆ ਉਹਦੇ ਬਾਅਦ ਵੀ ਜਦੋਂ ਪੰਜਾਬ ਪੁਲਿਸ ਦਾ ਮੋਰਾਲ ਜਿਹੜਾ ਹੈਗਾ ਐਬਸੋਲੂਟਲੀ ਡਾਊਨ ਹੋ ਗਿਆ ਦੇ ਲੋਐਸਟ ਵੈਬ, ਔਰ ਜਿਹਦੇ ਬਾਰੇ ਕਾਫੀ ਕਿੰਤੂ ਪਰੰਤੂ ਵੀ ਹੋਈ ਕਿ ਲੋਕ ਜਿੰਨਾ ਲੋ ਮੋਰਾਲ ਦੇ ਨਾਲ ਕਿਸ ਤਰ੍ਹਾਂ ਕੰਮ ਕਰਨਗੇ ਉਹ, ਤੇ ਉਹ ਸਮੇਂ ਸੀ ਮੇਰੇ ਖਿਆਲ ਐਕਸ਼ਨ ਲੈਣ ਦਾ। ਅਬ ਦੂਜੀ ਤੇ ਗੱਲ ਕਰਾਂ ਜਿੱਥੋਂ ਕਿ ਨੱਠ ਰਿਹਾ ਹੈਗਾ ਕਦੋਂ ਕਦੇ ਕਿਥੇ ਰੋਜ਼ ਨਏ ਵੀਡੀਓ ਰਿਕਾਰਡਿੰਗਸ ਆ ਜਾਂਦੀਆਂ ਹੈਗੀਆਂ ਨੇ। ਔਰ
ਵੀਡੀਓ ਰਿਕਾਰਡਸ ਵੀ ਇਸ ਤਰ੍ਹਾਂ ਟਾਈਮਲੀ ਹੁੰਦੀ ਹੈਗੀ ਹੈ ਕਿ ਇਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਕਿ ਬੰਦੇ ਨੂੰ ਵਾਰਨ ਕੀਤਾ ਜਾ ਰਿਹਾ ਹੈਗਾ ਫੋਰ ਇਹ ਇਨਫੋਰਮੇਸ਼ਨ ਕਿੱਥੋਂ ਆ ਸਕਦੀ ਹੈਗੀ ਹੈ ਨੈਚੁਰਲੀ ਪਲੈਨਰਸ ਤੋਂ ਕਿ ਅੱਜ ਹੀ ਅਸੀਂ ਸ਼ਾਹਕੋਟ 'ਚ ਜਾਣਾ ਹੈਗਾ ਜਾਂ ਅਸੀਂ ਨਕੋਦਰ 'ਚ ਜਾਣਾ ਹੈਗਾ ਜਾਂ ਅਸੀਂ ਸ਼ਾਹਪੁਰ ਜਾਣਾ ਹੈਗਾ ਜਾਂ ਕਿੱਥੇ ਜਾਣਾ ਹੈਗਾ ਆਮ ਸ਼ੋਰ ਪੰਜਾਬ ਪੁਲਿਸ ਦੇ ਵਿੱਚੋਂ ਵੀ ਕੋਈ ਨਾ ਕੋਈ ਇਸ ਤਰ੍ਹਾਂ ਦੀ ਬਲੈਕ ਸ਼ੀਪ ਸੀ ਇਸ ਤਰ੍ਹਾਂ ਦਾ ਕੋਈ ਭੇੜੀਆ ਸੀ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੈਗੇ ਹੋ ਜਿਹੜੀ ਕਿ ਇਨਫੋਰਮੇਸ਼ਨ ਲਗਾਤਾਰ ਨਸ਼ਰ ਕਰ ਰਿਹਾ ਹੈਗਾ ਵਰਨਾ ਕਿਸੇ ਵੀ ਆਰਗੇਨਾਈਜੇਸ਼ਨ ਸੇ ਖਾਸ ਕਰਕੇ ਇਸ ਤਰ੍ਹਾਂ ਦੇ ਆਰਗੇਨਾਈਜੇਸ਼ਨ ਸੇ ਜਿਹਦਾ ਮੁਖੀ ਅਜੇ ਪੰਜਾਬ 'ਚ ਆਇਆ ਹੀ ਆਇਆ ਹੈਗਾ 6 ਮਹੀਨੇ ਪਹਿਲੇ 7 ਮਹੀਨੇ ਪਹਿਲੇ ਇੰਨੀ ਛੇਤੀ ਉਹ ਲਿੰਕ ਨਹੀਂ ਫੈਲਾ ਸਕਦਾ ਹੈਗਾ ਜੋ ਨਾ ਸਪੋਰਟਰਸ ਦੀ ਗੱਲ ਕਰੋ ਸਪੋਰਟਰਸ ਦੇ ਕੋਲ ਵੀ ਇਹ ਪਾਵਰ ਨਹੀਂ ਹੈਗੀ ਕਿ ਜਿਹੜੀ ਪਲੈਨਿੰਗ ਹੋ ਰਹੀ ਹੈ ਉਹਦੇ 'ਚ ਇਨਫੋਰਮੇਸ਼ਨ ਲੈ ਲੈਣ ਤਾਂ ਆਮ ਸ਼ੋਰ ਅਲਟੀਮੇਟਲੀ ਇਹਦੇ 'ਚ ਇਹ ਵੀ ਆਏਗਾ ਕਿ ਪੰਜਾਬ ਪੁਲਿਸ ਵੱਲੋਂ ਹੀ ਕਿਤੇ ਨਾ ਕਿਤੇ ਇਹ ਗੱਲਾਂ ਜਿਹੜੀ ਹੈਗੀਆਂ ਨੇ ਲੀਕ ਆਊਟ ਹੋ ਰਹੀਆਂ ਸਨ ਕਿਉਂ ਹੋ ਰਹੀਆਂ ਸਨ ਇਟਸ ਅ ਮੈਟਰ ਆਫ ਆਈ ਥਿੰਕ ਡਿਸਕਸ਼ਨ ਔਰ ਇਮੇਜਿਨੇਸ਼ਨ ਐਟਸੈਟਰਾ ਐਟਸੈਟਰਾ ਤੁਸੀਂ ਕਿਹਾ ਪਲਾਨਰ ਤੁਹਾਨੂੰ ਹੁਣ ਵੀ ਲੱਗਦਾ ਕਿ ਉਹ ਕੋਈ ਅਲਰਟ ਕਰ ਰਿਹਾ ਉਹਨੂੰ ਆਮ ਸ਼ੋਰ ਜਿਸ ਤਰ੍ਹਾਂ ਮੈਂ ਦੱਸਿਆ ਬਗੈਰ ਅਲਰਟ ਦੇ ਮੈਂ ਆਪਣਾ ਕਰਨਾ ਮੈਂ ਇੱਕ ਪਾਰਟਿਕੂਲਰ ਸੈਕਟਰ ਦੇ ਵਿੱਚ ਰਹਿਣਾ ਹੈਗਾ ਇੱਕਦਮ ਸੇ ਮੈਂ ਉੱਥੋਂ ਸ਼ਿਫਟ ਕਰਕੇ ਕਿਤੇ ਹੋਰ ਚਲੇ ਜਾਣਾ ਹੈਗਾ ਮੈਨੂੰ ਕੋਈ ਰੱਬ ਵੱਲੋਂ ਕੋਈ ਸੰਦੇਸ਼ਾ ਤਾਂ ਨਹੀਂ ਆਉਂਦਾ ਹੈਗਾ ਮੈਨੂੰ ਇਹੀ ਹੋਏਗਾ ਕਿ ਹਾਂ ਜੀ KP ਸਿੰਘ ਨੇ ਦੱਸਿਆ ਕਿ ਬਈ ਸ਼ਸ਼ੀਕਾਂਤ ਤੂੰ ਸਮਝ ਜਾ ਤੇਰੇ ਉੱਤੇ ਇਹ ਹੋਣ ਜਾ ਰਿਹਾ ਹੈਗਾ ਜਾਂ ਕਿਸੇ ਹੋਰ ਨੇ ਦੱਸ ਦਿੱਤਾ ਦੈਨ ਆਈ ਬਿਕਮ ਵਾਈਜ਼ ਵਰਨਾ ਕਿਸੇ ਦੇ ਕੋਲ ਇੰਨਾ ਕੋਈ ਡਾਇਰੈਕਟ ਵਿਜ਼ਨ ਨਹੀਂ ਹੈਗਾ ਕਿ ਵਿਚ ਐਂਟੀਸਿਪੇਟ ਕਰ ਲਈ ਯੈਸ ਇਨਫੋਰਮੇਸ਼ਨ ਜਾ ਰਹੀ ਹੈਗੀ ਹੈ ਲਗਾਤਾਰ ਜਾ ਰਹੀ ਹੈਗੀ ਹੈ ਔਰ ਬਹੁਤ ਸਾਰੀ ਆਈ ਐਮ ਗੋਇੰਗ ਟੂ ਯੂਜ਼ ਅਗੇਨ ਅ ਰੋਂਗ ਵਰਡ ਬਹੁਤ ਸਾਰੀ ਜਿਹੜੀ ਹੁੰਦੀ ਹੈਗੀ ਹੈ ਇੱਕ ਸਮੋਕ ਸਕਰੀਨ ਵੀ ਫੈਲਾਈ ਜਾ ਰਹੀ ਹੈਗੀ ਹੈ ਜਿਹਦੇ 'ਚ ਆਉਣ ਵਾਲੇ ਸਮੇਂ 'ਤੇ ਪਤਾ ਲੱਗੇਗਾ ਕਿ ਸਮੋਕ ਸਕਰੀਨ ਜਿਹੜੀ ਹੈਗੀ ਇਹਨੂੰ ਕਿਉਂ ਲਾਇਆ ਜਾ ਰਿਹਾ ਹੈ ਕਿ ਉਹਨੂੰ ਵਰਤਿਆ ਜਾ ਰਿਹਾ ਹੈਗਾ ਚਲੋ ਇੱਕ ਛੋਟਾ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਵਾਪਸ ਆਵਾਂਗੇ ਸ਼ਸ਼ੀਕਾਂਤ ਹਰੀ ਬਹੁਤ ਸਵਾਲਾਂ ਦੇ ਜਵਾਬ ਦੇ ਸਕਦੇ ਇਸ ਲਈ ਸਵਾਲ ਪੁੱਛ ਰਹੇ ਹਾਂ ਵਾਪਸ ਆ ਰਹੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਸ਼ਸ਼ੀਕਾਂਤ ਜੀ ਤੁਹਾਨੂੰ ਪਹਿਲੀ ਨਜ਼ਰੇ ਅੰਮ੍ਰਿਤਪਾਲ ਦਾ ਗੁਨਾਹ ਕੀ ਲੱਗਦਾ ਮੇਰਾ ਪਹਿਲਾ ਸਵਾਲ ਅਜਨਾਲਾ ਦਾ ਐਪੀਸੋਡ ਤੁਸੀਂ ਜ਼ਿਕਰ ਕੀਤਾ ਹੁੰਦਾ ਇਸ ਤੋਂ ਇਲਾਵਾ ਜੋ ਹੁਣ ਜਿਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਅੰਮ੍ਰਿਤਪਾਲ ਨੂੰ ਉਹਨੂੰ ਕਿਹਾ ਜਾ ਰਿਹਾ ਵੀ ਹੇਟ ਸਪੀਚ ਅੰਮ੍ਰਿਤਪਾਲ ਦੀਆਂ ਸੀ ਇਹ ਉਹਦਾ ਗੁਨਾਹ ਹੈ ਕਹਿੰਦੇ ਕੇਂਦਰੀ ਮੰਤਰੀ ਤੱਕ ਧਮਕੀਆਂ ਦਿੱਤੀਆਂ ਸੀ ਮੁੱਖ ਮੰਤਰੀ ਤੱਕ ਦੀਆਂ ਧਮਕੀਆਂ ਦਿੱਤੀਆਂ ਸੀਗਾ ਇਹ ਸਭ ਦੇ ਵਿਚਾਲੇ ਜਿਹੜੀਆਂ ਉਹਦੀਆਂ ਮੋਬਾਈਲ ਦੀਆਂ ਜਿਹੜੀ ਚੈਟ ਹੈ ਉਹ ਦੱਸੀ ਜਾ ਰਹੀ ਹੈ ਮੈਨੂੰ ਪਤਾ ਉਹਨਾਂ 'ਚ ਕਿੰਨਾ ਸੱਚ ਹੈ ਕਿੰਨਾ ਨਹੀਂ ਅੰਮ੍ਰਿਤਪਾਲ ਦਾ ਮੋਬਾਈਲ ਹੈ ਜਾਂ ਨਹੀਂ ਹੈ ਅਸੀਂ ਉਹਨੂੰ ਤਸਦੀਕ ਨਹੀਂ ਕਰਦੇ ਇਹ ਤੁਹਾਨੂੰ ਕੀ ਇਸ਼ਾਰਾ ਕਰਦੇ ਆ ਦੇਖੋ ਸਿੱਧੀ ਗੱਲ ਹੈਗੀ ਅੰਮ੍ਰਿਤਪਾਲ ਦੇ 'ਚ ਕੋਲ ਕੋਈ ਜਿਹੜਾ ਵੀ ਤੁਸੀਂ ਸ਼ਬਦ ਇਸਤੇਮਾਲ ਕੀਤਾ ਮੈਂ ਸਮਝਦਾ ਹੈ ਉਹਦੇ ਕੋਲੋਂ ਗਲਤੀਆਂ ਹੋਈਆਂ ਹੈਗੀਆਂ ਨੇ ਮੈਨੂੰ ਨਹੀਂ ਪਤਾ ਕਿ ਉਹਨੂੰ ਐਂਟੀਸਿਪੇਟ ਕਰ ਸਕਦਾ ਜੇ ਐਂਟੀਸਿਪੇਟ ਕਰ ਸਕਦਾ ਤਾਂ ਫਿਰ ਅਜਨਾਬ ਪੁਲਿਸ ਸਟੇਸ਼ਨ ਉਹ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਪਾਵਨ ਸਰੂਪ ਨੂੰ ਉੱਥੇ ਪਾਲਕੀ ਸਾਹਿਬ 'ਚ ਨਾ ਲੈ ਜਾਂਦਾ apparently he was not able to anticipate ਜਾਂ ਤੇ ਉਹਨੂੰ ਜਾਣਕਾਰੀ ਨਹੀਂ ਸੀ ਕਿ ਇਹਦਾ ਰਿਪਰਕਸ਼ਨ ਕੀ ਹੋ ਸਕਦਾ ਹੈਗਾ ਜਾਂ ਬਸ ਜੋਸ਼ ਦੇ ਵਿੱਚ ਕੱਢ ਕੇ ਲੈ ਗਿਆ ਇਸ ਅ ਮੈਟਰ ਆਫ ਅਗੇਨ ਆਫ ਡਿਬੇਟ ਜਦੋਂ ਉਹਨੇ ਯੂਨੀਅਨ ਹੋਮ ਮਿਨਿਸਟਰ ਨੂੰ ਤੇ ਦੂਜਿਆਂ ਨੂੰ ਇਸ ਤਰ੍ਹਾਂ ਦੇ ਧਮਕੀਆਂ ਦੇਣ ਦੀ ਕੋਸ਼ਿਸ਼ ਕੀਤੀ ਹੋ ਸਕਦਾ ਹੈਗਾ ਕਿ ਉਹਦੇ ਮਨ ਦੇ ਵਿੱਚ ਕੁਝ ਸੀ ਕਿ ਨਹੀਂ ਸੀ ਪਰ ਇਹ ਜ਼ਰੂਰ ਹੈਗਾ ਕਿ ਜਿਹੜਾ ਇੱਕ ਵਲਵਲਾ ਜਿਹਾ ਹੁੰਦਾ ਹੈ ਨੌਜਵਾਨਾਂ ਦੇ ਵਿਚਕਾਰ ਦਿਮਾਗ ਦੇ ਵਿੱਚ ਉਸ ਕਰਕੇ ਉਹਨੇ ਕੀਤਾ ਹੋਇਆ ਦਿਸ ਵਰ ਮੈਂ ਕਹਾਂਗਾ ਉਹਦੀ ਗਲਤੀਆਂ ਸਨ ਮੈਂ ਨਹੀਂ ਕਹਾਂਗਾ ਕਿ ਜਿਸ ਤਰ੍ਹਾਂ ਇੱਕ ਹੋਇਆ ਸੀ ਕਿ ਡੈਲੀਬਰੇਟਲੀ ਉਹਨੇ ਕੀਤਾ ਔਰ ਹੁਣ ਤੁਸੀਂ ਗੱਲ ਕੀਤੀ ਉੱਥੇ ਜਿਹੜਾ ਦੁਬਈ ਦੇ ਵਿੱਚੋਂ ਜਿਹੜਾ ਆ ਰਿਹਾ ਹੈਗਾ ਵੈਲ ਦੁਬਈ ਦੀ ਗੱਲਾਂ ਦਾ ਵੀ ਬੈਠੇ ਹੋਏ ਇਸ ਵੇਲੇ ਗੱਲ ਕਰਨਾ ਉਹਦੇ ਬਾਅਦ ਤੇ ਉਦੋਂ ਕੋਈ ਪ੍ਰੂਫ ਦੇਣਾ ਕੋਈ ਬਹੁਤ ਜ਼ਿਆਦਾ ਸੰਭਵ ਨਹੀਂ ਹੈਗਾ ਪੋਸੀਬਲ ਨਹੀਂ ਹੈਗਾ ਦੈਟਸ ਅ ਡਿਫਰੈਂਟ ਕੰਟਰੀ ਪਰ ਇਹ ਜ਼ਰੂਰ ਹੈਗਾ ਲਾਈਕ ਮੇਰੇ ਵੀ ਉੱਥੇ ਕੋਈ ਦੁਬਈ ਦੇ ਵਿੱਚ ਫਰੈਂਡਸ ਹੈਗੇ ਨੇ ਜਿੱਥੇ ਕਿ ਗੱਲਬਾਤ ਹੁੰਦੀ ਰਹਿੰਦੀ ਹੈ ਹੀ ਵਾਜ਼ ਇੱਕ ਨੌਜਵਾਨ ਸੀ ਉਹ ਜਦੋਂ ਕਿ ਉਸ ਵੇਲੇ ਉਹਦੇ ਕੇਸ਼ ਨਹੀਂ ਸਨ ਨੌਜਵਾਨ ਜਿਸ ਤਰ੍ਹਾਂ ਦੀ ਇੱਕ ਜ਼ਿੰਦਗੀ ਜਿੰਦੇ ਹੈਗੇ ਨੇ ਖੁੱਲ੍ਹੇ ਦਿਮਾਗ ਦੇ ਨਾਲ ਖੁੱਲ੍ਹੇ ਤਰੀਕੇ ਦੇ ਨਾਲ ਸ਼ਾਇਦ ਉਹ ਕਰ ਰਿਹਾ ਸੀ ਉੱਥੇ ਕੁਝ ਹੋਇਆ ਨਹੀਂ ਹੋਇਆ ਰੱਬ ਜਾਣੇ ਇਹ ਜਿਹੜੀ ਵੀਡੀਓ ਰਿਕਾਰਡਿੰਗਸ ਆ ਰਹੀਆਂ ਹੈਗੀਆਂ ਨੇ ਕਿ ਨਹੀਂ ਹੈਗੀਆਂ ਨੇ ਆਈ ਥਿੰਕ ਇਟਸ ਆਲ ਅ ਮੈਟਰ ਆਫ ਕੰਜੈਕਚਰ ਜਿਹਦੇ ਬਾਰੇ ਆਈ ਥਿੰਕ ਮੈਂ ਨਹੀਂ ਸਮਝਦਾ ਕਿ ਮੈਂ ਕੁਝ ਕਹਿ ਸਕਦਾ ਹੈਗਾ ਤੁਸੀਂ ਕੁਝ ਨਹੀਂ ਕਹਿ ਸਕਦੇ ਹੈਗੇ ਹੋ ਪਰ ਇਹ ਜ਼ਰੂਰ ਹੈਗੀ ਹੈ ਗੱਲ ਖੜੀ ਹੋ ਰਹੀ ਹੈ ਹੋ ਸਕਦਾ ਹੈ ਰੱਬ ਜਾਣੇ ਇਹ ਸਮੋਕ ਸਕਰੀਨ ਹੋ ਸਕਦਾ ਹੈ ਰੱਬ ਜਾਣੇ ਹਕੀਕਤ ਹੋਏ ਬਟ ਇਹਦੇ 'ਚ ਅਸੀਂ ਦੋਵਾਂ 'ਚ ਜਾਂ ਕੋਈ ਹੋਰ ਬੰਦਾ ਵੀ ਕਮੈਂਟ ਨਹੀਂ ਕਰ ਸਕਦਾ ਹੈਗਾ ਇਹਦੇ 'ਚ ਕਿੰਨੀ ਸੱਚਾਈ ਹੈਗੀ ਹੈ ਕਿੰਨੀ ਗਲਤੀ ਹੈਗੀ ਹੈ ਵਾਟਐਵਰ ਤੁਹਾਨੂੰ ਅੰਮ੍ਰਿਤਪਾਲ ਗਲਤ ਲੱਗਦਾ ਅੰਮ੍ਰਿਤਪਾਲ ਨੇ ਜਿਸ ਤਰ੍ਹਾਂ ਦੀ ਇਨਫੋਰਮੇਸ਼ਨ ਆ ਰਹੀ ਹੈਗੀ ਹੈ ਮੈਂ ਅੰਮ੍ਰਿਤਪਾਲ ਨੂੰ ਜਾਣਦਾ ਨਹੀਂ ਹੈਗਾ
ਉਹਦੀ ਪਰਸੋਨਾ ਨੂੰ ਨਹੀਂ ਜਾਣਦਾ ਹੈਗਾ ਹੈ ਤੇ ਚੰਗਾ ਹੈਗਾ ਗਲਤ ਹੈਗਾ ਸਹੀ ਹੈਗਾ ਮੈਂ ਨਹੀਂ ਕਹਿ ਸਕਦਾ। ਪਰ ਜਿਹੜੀ ਹੁਣ ਇਨਫੋਰਮੇਸ਼ਨ ਆ ਰਹੀ ਹੈਗੀ ਹੈ ਖਾਲਿਸਤਾਨ ਦੇ ਬਾਰੇ ਗੱਲ ਕਰਨਾ, ਅਨੰਦਪੁਰ ਸਾਹਿਬ ਖਾਲਸਾ ਫੋਰਸ ਤਿਆਰ ਕਰਨਾ, ਕੋਈ ਵਰਦੀਆਂ ਲਿਆਣਾ, ਕਹਿੰਦੇ ਹੈਗੇ ਨੇ ਉੱਥੇ ਉਹ ਸ਼ੂਟਿੰਗ ਦੀ ਆਮ ਪ੍ਰੈਕਟਿਸ ਕਰਾ ਰਿਹਾ ਸੀ, ਆਲ ਦੋਜ਼ ਥਿੰਗਸ। ਇੱਥੇ ਇੱਕ ਸਵਾਲ ਮੈਂ ਆਪਣੇ ਵੱਲੋਂ ਵੀ ਰੇਜ਼ ਕਰਨਾ ਚਾਹੁੰਦਾ ਹੈਗਾ ਜਿਹੜਾ ਕਿ ਲੋਕੀ ਕਹਿੰਦੇ ਨੇ ਕਿ ਸ਼ੁਰੂ ਹੋਇਆ ਪ੍ਰੋਪੇਗੈਂਡਾ he is Bhindranwale part 2, but whereas fact remains he was not Bhindranwale part 2 at all। ਸਨ ਭਿੰਡਰਾਂਵਾਲੇ ਨੇ ਕਦੇ ਖਾਲਿਸਤਾਨ ਮੰਗਿਆ ਹੀ ਨਹੀਂ। ਹੱਦ ਬਾਅਦ ਉਹਨਾਂ ਨੇ ਇਹੀ ਕਿਹਾ ਸੀ ਕਿ ਜੇ ਭਾਰਤ ਸਰਕਾਰ ਸਾਨੂੰ ਕੁਝ ਦੇਗੀ ਅਸੀਂ ਉਹਨੂੰ ਐਕਸੈਪਟ ਕਰਾਂਗੇ। ਖਾਲਿਸਤਾਨ ਦੀ ਡਿਮਾਂਡ ਕਦੇ ਵੀ ਭਿੰਡਰਾਂਵਾਲੋਂ ਜਿਹੜੇ ਹੈਗੇ ਨੇ ਸੰਸੀ ਉਹਨਾਂ ਦੇ ਵੱਲੋਂ ਕਦੇ ਇਸ ਆਪੇ ਆਟੋਮੈਟਿਕਲੀ ਐਂਡ ਸੂਓ ਮੋਟੋ ਇਸ ਤਰ੍ਹਾਂ ਦੀ ਕੋਈ ਨਹੀਂ ਆਈ। Whereas ਇਹਦੇ 'ਚ ਜਿਸ ਤਰ੍ਹਾਂ ਹੋਇਆ immediately ਸ਼ੁਰੂ ਹੋ ਗਿਆ ਕਿ ਇਸ ਭਿੰਡਰਾਂਵਾਲੇ part 2 ਐਂਡ ਖਾਲਿਸਤਾਨ ਐਂਡ this and that। तो आई डोंट नो कि ये जिस तरह मैं कहा हैगा कि ये किस तरह होया किस तरह शुरू होया। पर मैं सवाल इस करके जो बिना तुहाडे सवाल पूछे मैं किया कि जिहड़ा एक प्रोपेगेंडा हो रहा हैगा भिंडरांवाले part 2, he was not भिंडरांवाले part 2 at all। that was not the ideology of सन ਭਿੰਡਰਾਂਵਾਲੇ। no ਭਿੰਡਰਾਂਵਾਲੇ ਦਾ ਵਾਰਸ ਤੁਸੀਂ ਨਹੀਂ ਮੰਨਦੇ ਪਏ ਉਹਨਾਂ ਨੂੰ। ਮੇਰਾ ਸਵਾਲ ਹੈ ਅੰਮ੍ਰਿਤਪਾਲ ਨੂੰ ਫਿਰ ਇਸ ਤਰੀਕੇ ਪ੍ਰੋਜੈਕਟ ਕੌਣ ਕਰ ਰਿਹਾ ਹੈ? ਦੇਖੋ ਮੈਂ ਤੁਹਾਨੂੰ ਇੱਕ ਲੌਜੀਕਲ ਜਿਹੀ ਗੱਲ ਦੱਸਣਾ ਹੈਗਾ। ਇੱਕ ਨੌਜਵਾਨ ਹੈਗਾ ਹੈ ਜਿਹੜਾ ਕਿ ਵਿਦੇਸ਼ ਵਿੱਚ ਰਹਿੰਦਾ ਹੈਗਾ ਹੈ ਕਿਸੇ ਹੋਰ ਨੌਜਵਾਨ ਵਰਗਾ, ਠੀਕ ਹੈ। ਕੋਈ ਨਾ ਕੋਈ ਬੰਦਾ ਕੋਈ ਨਾ ਕੋਈ ਏਜੰਸੀ ਉਹਨੂੰ ਆਇਡੈਂਟੀਫਾਈ ਕਰਦੀ ਹੈਗੀ ਹੈ, ਕੋਈ ਉਹਨੂੰ ਜਿਹੜੀ ਹੈਗੀ ਹੈ ਟ੍ਰੇਨਿੰਗ ਦਿੰਦਾ ਹੈਗਾ ਹੈ, ਉਹਨੂੰ ਪ੍ਰਿਪੇਅਰ ਕਰਦਾ ਹੈਗਾ ਹੈ ਨਾ ਸਿਰਫ ਧਰਮ ਦੇ ਬਾਰੇ ਬਲਕਿ ਹੋਰ ਜਿਹੜੀ ਇਸ ਤਰ੍ਹਾਂ ਦੀ ਗੱਲਾਂ ਹੈਗੇ ਧਾਰਮਿਕ ਅਧਾਰੇ ਜਿਹੜੇ ਹੈਗੇ ਨੇ ਉਹਨਾਂ ਦੇ ਬਾਰੇ ਗੱਲੇ। ਹੀ ਵਾਸ ਡੈਲੀਬਰੇਟ, ਹੀ ਵਾਸ ਪ੍ਰਿਪੇਅਰਡ। ਇਹ ਪ੍ਰਿਪਰੇਸ਼ਨ ਮੈਂ ਸਮਝਦਾ ਹੈਗਾ ਲੋਕੀ ਜਿਸ ਤਰ੍ਹਾਂ ਕਹਿ ਰਹੇ ਹੈਗੇ ਨੇ ਕਿ ਸੈਕਸ਼ਨ ਆਫ ਡਾਇਸਪੋਰਾ ਨੇ ਕੀਤੀ। ਅਗੇਨ ਆਈ ਡੋਂਟ ਬਿਲੀਵ ਦੈਟ। ਡਾਇਸਪੋਰਾ ਦੇ ਵਿੱਚ ਜਿਹੜੇ ਹੈਗੇ ਨੇ ਉਹਦੇ ਵਿੱਚ ਵੀ ਜਿਹੜਾ ਸੈਕਸ਼ਨ ਸਪੋਰਟ ਕਰ ਰਿਹਾ ਹੈਗਾ ਉਹ ਦੇ ਆਰ ਆਲ ਬੇਸਿਕਲੀ ਯੰਗਸਟਰਸ ਮੈਂ ਸਮਝਣਾ ਹੈਗਾ ਕਿ ਉਹਨਾਂ ਕੋਲ ਇੰਨੀ ਨੌਲੇਜ ਜਿਹੜੀ ਗੂੜ ਨੌਲੇਜ ਹੈਗੀ ਹੈ ਧਰਮ ਦੇ ਬਾਰੇ ਵਗੈਰਾ ਇਹਦੇ 'ਚ ਇਸ ਤਰ੍ਹਾਂ ਦੀ ਨਹੀਂ ਹੈਗੀ ਹੈ। ਇਹ ਆ ਸਕਦੀ ਹੈਗੀ ਇੱਕ ਸਮ ਆਰਗੇਨਾਈਜੇਸ਼ਨ, ਸਮ ਸੈਟਅਪ, ਸਮ ਏਜੰਸੀ ਜਿਹੜਾ ਕਿ ਪਲਾਨ ਕਰਦਾ ਹੈਗਾ ਬੰਦੇ ਨੂੰ ਬੜੇ ਤਰੀਕੇ ਦੇ ਨਾਲ। ਮੇ ਬੀ ISI, ਮੈਨੂੰ ਪਤਾ ਹੈਗਾ ਵਰਕਡ ਇਨ ਸਰਟਨ ਏਜੰਸੀਜ਼, ਮੈਨੂੰ ਪਤਾ ਹੈਗਾ ਜਦੋਂ ਇਹਨੂੰ ਕਹਿੰਦੇ ਨੇ ਕਵਰ ਸਟੋਰੀ ਸਾਡੀ ਲੈਂਗੁਏਜ ਦੇ ਵਿੱਚ, ਇਹ ਕਿਸ ਤਰੀਕੇ ਦੇ ਨਾਲ ਕਵਰ ਸਟੋਰੀ ਪ੍ਰਿਪੇਅਰ ਕਰਨੀ ਹੈ। ਆਈ ਐਮ ਸ਼ੋਰ ਇਟ ਵਾਸ ਸਮ ਆਰਗੇਨਾਈਜੇਸ਼ਨ which has done it, and ਪਹਿਲਾ ਸ਼ੱਕ ਮੇਰਾ ਜਾਏਗਾ ਨੈਚੁਰਲੀ ISI ਦੇ ਬਿਕੋਜ਼ ਦੇ ਹੈਵ ਬੀਨ ਡੂਇੰਗ ਇਟ ਅਰਲੀਅਰ ਆਲਸੋ। ਜਿਹੜੇ ਸਾਡੇ ਨੌਜਵਾਨ ਮੁੰਡੇ ਪਾਕਿਸਤਾਨ ਵਿੱਚ ਚਲੇ ਗਏ ਸੀ ਉਹਨਾਂ ਨੂੰ ਵੀ ਇਸ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਗਈ ਸੀ ਕਿ ਧਰਮ ਤੇ ਖਤਰਾ ਹੈਗਾ ਐਂਡ ਆਲ ਦੋਜ਼ ਥਿੰਗਸ ਹੈ ਕਿ ਨਹੀਂ ਹੈਗੇ ਮੈਨੂੰ ਨਹੀਂ ਪਤਾ ਰੱਬ ਜਾਣੇ, ਪਰ ਇਸ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਗਈ ਸੀ ਉਹਨਾਂ ਨੂੰ। ਐਂਡ ਪਾਕਿਸਤਾਨ ਦੇ ਵਿੱਚ ਕੋਈ ਇਸ ਤਰ੍ਹਾਂ ਲੋਕੀ ਛੁਪੇ ਵੀ ਹੈਗੇ ਨੇ ਸਾਡੇ ਜਿਹੜੇ ਪੁਰਾਣੇ ਮਿਲੀਟੈਂਟਸ ਵਗੈਰਾ ਸਨ ਜਿਨ੍ਹਾਂ ਦੇ ਕੋਲ ਇਸ ਤਰ੍ਹਾਂ ਦੀ ਨੌਲੇਜ ਹੈਗੀ ਹੈ। ਸੋ ਆਈ ਪਰਸਨਲੀ ਫੀਲ ਕਿ ਹੀ ਵਾਜ਼ ਮੈਟੀਕੂਲਸਲੀ ਪ੍ਰੋਪਡ ਅਪ, somebody supported him monetarily also। ਔਰ ਇਹਦੇ ਇਲਾਵਾ ਪੰਜਾਬ ਦੇ ਵਿੱਚ ਆ ਕੇ 6 ਮਹੀਨਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹਦਾ ਸਪੋਰਟ ਬੇਸ ਬਣ ਗਿਆ that clearly shows ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੈਗਾ ਹੈ ਕਿ ਪੋਸਟ 84 ਜਿਹੜੀ ਜਨਰੇਸ਼ਨ ਹੈਗੀ ਹੈ ਸਾਡੇ ਬੱਚਿਆਂ ਦੀ ਉਹਨਾਂ ਨੂੰ ਅਜੇ ਵੀ ਕੁਝ ਪਰਿਵਾਰ ਜਿਹੜੇ ਹੈਗੇ ਜਿਨ੍ਹਾਂ ਨੇ ਉਹਨੂੰ ਭੁਗਤਿਆ ਸੀ 84 ਦੇ ਵਿੱਚ ਜਿਹੜਾ ਨਸਲਕੁਸ਼ੀ ਹੋਈ ਹੈਗੀ ਹੈ, ਅਟੈਂਪਟਡ ਨਸਲਕੁਸ਼ੀ ਹੋਈ ਹੈਗੀ ਹੈ ਸਿੱਖਾਂ ਦੀ, ਆਪਰੇਸ਼ਨ ਬਲੂ ਸਟਾਰ। ਤਾਂ ਹੁੰਦਾ ਹੈਗਾ ਕਿ ਤੁਹਾਨੂੰ ਪਤਾ ਹੈਗਾ ਸਾਡੇ ਆਪਣੇ ਬੱਚੇ ਹੈਗੇ ਨੇ, ਮੇਰੇ ਨਾਲ ਕੁਝ ਗਲਤੀ ਹੋ ਜਾਂਦੀ ਹੈਗੀ, ਗਲਤ ਹੁੰਦਾ ਹੈ ਕੰਮ, ਮੈਨੂੰ ਗੁੱਸਾ ਆਏਗਾ, ਪਰ ਮੇਰੇ ਜਿਹੜੇ ਬੱਚੇ ਹੈਗੇ ਨੇ ਜਿਨ੍ਹਾਂ ਨੇ ਉਸ ਘਟਨਾ ਨੂੰ ਆਪ ਬਿਲਕੁਲ ਨਹੀਂ ਚੱਜ ਦੇ ਨਾਲ ਨਹੀਂ ਵੇਖਿਆ ਸੀ, ਦੇ ਗੈਟ ਰੀਅਲੀ ਐਜੀਟੇਟਡ ਕਿ ਸਾਡੇ ਮਾਪਿਆਂ ਦਾ ਹੋਇਆ ਕਿਸ ਤਰ੍ਹਾਂ। ਇਹ ਜਿਹੜਾ ਫੈਕਟਰ ਹੈਗਾ ਜਿਹੜਾ ਕਿ ਬੱਚਿਆਂ ਨੂੰ ਥੋੜ੍ਹਾ ਵੇਲੇ ਕਰ ਰਿਹਾ ਸੀ। ਓਕੇ, ਪਰ ਹੂ ਵਾਜ਼ ਇਹ ਜਾਪਦਾ ਹੈਗਾ ਜਿਸ ਤਰ੍ਹਾਂ ਕਿ ਫਿਰ ਮੈਂ ਇੱਕ ਇੰਟੈਲੀਜੈਂਸ ਦਾ ਸ਼ਬਦ ਇਸਤੇਮਾਲ ਕਰਨਾ ਹੈਗਾ, ਜਿਸ ਤਰ੍ਹਾਂ ਕਿ ਇੱਕ ਇਨਫੋਰਮੇਸ਼ਨ ਜਿਹੜੀ ਸੀ ਕਿ ਪੂਰੀ ਰੈਫਰੈਂਸ ਬੁੱਕ ਜਿਹਨੂੰ ਅਸੀਂ ਕਹਿੰਦੇ ਹੈਗੇ ਨੇ, ਰੈਫਰੈਂਸ ਬੁੱਕ ਇਸਤੇਮਾਲ ਹੋ ਰਹੀ ਸੀ ਕਿ ਇੱਥੇ ਇਹ ਬੰਦਾ ਹੋ ਸਕਦਾ, ਇਹਨੂੰ ਟੈਪ ਕੀਤਾ ਜਾ ਸਕਦਾ ਹੈਗਾ, ਇੱਥੇ ਇਹ। ਜਦੋਂ ਸਿਰਫ ਧਰਮ ਸੰਚਾਰ ਦੀ ਗੱਲ ਹੋ ਰਹੀ ਹੈਗੀ ਹੈ, ਜਦੋਂ ਸਿਰਫ ਗੱਲ ਹੋ ਰਹੀ ਹੈਗੀ ਹੈ ਕਿ ਜਿਹੜੇ ਨੌਜਵਾਨ ਜਿਹੜੇ ਹੈਗੇ ਨੇ ਉਹਨਾਂ ਨੂੰ ਡੀ-ਐਡਿਕਟ ਕਰਨਾ ਹੈਗਾ, ਤੇ ਸਮਬਡੀ ਵੋਕ ਅਪ, ਕਿਸੇ ਨੇ ਉਹਨਾਂ ਬੱਚਿਆਂ ਨੂੰ ਵੀ ਉਸ ਤਰ੍ਹਾਂ ਦੇ ਜਿਹੜੇ ਅਨਸਰ ਹੈਗੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਹੁਣੇ ਵੀ ਜੋਸ਼ ਹੈਗਾ ਹੈ, ਗੁੱਸਾ ਹੈਗਾ ਹੈ, somebody stirred that। ਇਹ ਰੈਫਰੈਂਸ ਬੁੱਕ ਕਿਸੇ ਕੋਲ ਸੀ, ਡਾਇਸਪੋਰਾ ਦੇ ਕੋਲ ਨਹੀਂ ਹੋ ਸਕਦੀ, ਇੱਥੇ ਵੀ ਪੰਜਾਬ ਦੇ ਵਿੱਚ ਕਿਸੇ ਕੋਲ ਇਸ ਤਰ੍ਹਾਂ ਦਾ ਮਨੋ ਜਾਪਦਾ ਕੋਈ ਹੈਗਾ ਜਿਹਦੇ ਕੋਲ ਹੋ ਸਕਦੀ ਹੈ। ਦੈਟਸ ਵਾਈ ਟਾਈਮ ਓਵਰ ਅਗੇਨ ਸੇ ਇਟ ਵਾਜ਼ ਅ ਵੈਲ ਲੇਡ ਆਊਟ ਪਲਾਨ ਐਂਡ ਪਲਾਨ ਆਫ ਸਮ ਇੰਟੈਲੀਜੈਂਸ ਏਜੰਸੀ, ਮੋਸਟ ਪ੍ਰੋਬਬਲੀ ਇਟਸ ISI ਓਨਲੀ, ਔਰ ਜਿਨ੍ਹਾਂ ਨੇ
डायस्पोरा ने सिर्फ सपोर्ट जिथे तक मैं समझ रहा है सपोर्ट किया इन टर्म्स ऑफ मनी एंड मॉरल सपोर्ट। इनू कुछ होया तो देखो इंग्लैंड च की हो गया, कैनेडा च की हो गया, USA ਦੇ ਵਿੱਚ ਕੀ ਹੋ ਗਿਆ, ਆਸਟ੍ਰੇਲੀਆ ਦੇ ਵਿੱਚ ਕੀ ਹੋ ਗਿਆ। ਬੇਸਿਕਲੀ ਆਈ ਸੀ ਇਟ ਕਲੀਅਰਲੀ ਐਜ਼ ਅ ਗੇਮ ਆਫ ਸਮ ਗਰੁੱਪ, ਸਮ ਇੰਟੈਲੀਜੈਂਸ ਏਜੰਸੀ, ਪੋਸੀਬਲੀ ISI। ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਏਜੰਸੀਆਂ ਦੇ ਪਿੱਛੇ ਹੋ ਸਕਦੀਆਂ, ਏਜੰਸੀਆਂ ਨਹੀਂ, ਏਜੰਸੀ ISI, ਸਿਰਫ ISI। Yes। ਅੱਛਾ, ਤੇ ਜਦੋਂ ਅੰਮ੍ਰਿਤਪਾਲ ਇੱਥੇ ਬਿਆਨ ਦਿੰਦਾ ਸੀ ਕਿ ਏਜੰਸੀਆਂ ਮੈਨੂੰ ਮਰਵਾ ਸਕਦੀਆਂ, ਉਹਦਾ ਮਤਲਬ ਕੀ ਹੈ? ਉਹਦਾ ਮਤਲਬ ਇਹ ਹੈਗਾ ਕਿ ਵੀ ਵਾਂਟ ਟੂ ਗੈਟ ਲਾਈਮਲਾਈਟ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਤੁਸੀਂ ਵੇਖਿਆ ਹੈ ਕਿ ਆਮ ਤੌਰ ਤੇ ਇੱਕ ਸਿਸਟਮ ਬਣ ਗਿਆ ਹੈਗਾ, ਇੱਕ VIP ਸਟੇਟਸ ਜਿਹਾ ਬਣ ਗਿਆ, ਸਾਡੇ ਕੋਲ ਸਿਕਿਉਰਿਟੀ ਹੋਣੀ ਚਾਹੀਦੀ ਹੈਗੀ ਹੈ। ਠੀਕ ਹੈ, ਸਿਕਿਉਰਿਟੀ ਕਿਵੇਂ ਆਏਗੀ? ਤੁਹਾਡੇ ਤੋਂ ਖਤਰਾ ਹੈਗਾ। ਬਹੁਤ ਸਾਰੇ ਬੰਦੇ ਇਸ ਤਰ੍ਹਾਂ ਦੇ ਹੈਗੇ ਜਿਨ੍ਹਾਂ ਨੇ ਆਪਣੇ ਉੱਤੇ ਫੇਕ ਕਾਲਾਂ ਕਰਾਈਆਂ, ਜਿਨ੍ਹਾਂ ਨੇ ਕਿਹਾ ਕਿ ਉਹਨਾਂ ਨੂੰ ਖਤਰਾ ਹੈਗਾ ਹੈ, ਉਹਨਾਂ ਨੂੰ ਮਾਰਨ ਲਈ ਸਰਕਾਰ ਹੈਗੀ ਹੈ, ਜਾਂ ਕੋਈ ਗੈਂਗਸਟਰ ਹੈਗਾ, ਜਾਂ ਕੋਈ ਡਰਗ ਵਾਲਾ ਹੈਗਾ। ਬੇਸਿਕਲੀ ਆਈ ਥਿੰਕ ਇਟ ਵਾਸ ਜਸਟ ਐਕਸਰਸਾਈਜ਼, ਇਮੇਜ ਬਿਲਡਿੰਗ ਦੀ। ਉਹਨੇ ਤਾਂ ਮਨਾ ਕਰਤਾ ਸੀ ਮੈਂ ਸਰਕਾਰੀ ਸਿਕਿਉਰਿਟੀ ਲੈਣੀ ਨਹੀਂ, ਪਰ ਇੱਕ ਇਮੇਜ ਤਾਂ ਬਣ ਗਈ ਕਿ ਹਾਂ ਬੰਦੇ ਉੱਤੇ ਖਤਰਾ ਹੈਗਾ। ਜੇ ਮੇਰਾ ਇਸ ਤਰ੍ਹਾਂ ਦਾ ਹੈਲੋ ਹੈਗਾ, ਮੈਂ ਕਿਹਾ ਮੈਨੂੰ ਖਤਰਾ ਹੈਗਾ, ਬਸ ਸਰਕਾਰੀ ਏਜੰਸੀ ਨਹੀਂ ਲੈਣੀ ਹੈਗੀ ਹੈ। ਹੋ ਸਕਦਾ ਹੈ 10 ਨੌਜਵਾਨ ਖੜੇ ਹੋ ਜਾਣ ਜਿਨ੍ਹਾਂ ਨੂੰ ਮੇਰੇ ਉੱਤੇ ਯਕੀਨ ਹੈਗਾ, ਜਾਂ ਜਿਨ੍ਹਾਂ ਦਾ ਮੇਰੇ ਉੱਤੇ ਪ੍ਰੇਮ ਹੈਗਾ ਕਿ ਅਸੀਂ ਤੁਹਾਡੇ ਨਾਲ ਖੜੇ ਹੋਵਾਂਗੇ, ਸਾਡੇ ਕੋਲ 12 ਬੰਦੂਕ ਹੈਗੀ ਜਾਂ 32 ਬੋਰ ਦਾ ਰਿਵਾਲਵਰ ਹੈ, ਖੜੇ ਹੋ ਜਾਣਗੇ। ਇਟਸ ਜਸਟ ਹੀ ਪਲੇਡ ਵਿਦ ਦ ਸਾਈਕੋਲੋਜੀਕਲ psychological game to gain support of this kind of youngsters, these youngsters। ਤੁਸੀਂ AKF ਤੇ ATF ਤੇ ਬਿਲੀਵ ਕਰਦੇ ਹੋ ਨਾ? ਮਤਲਬ AKF means AKF ਜਿਹੜੀ ਆਨੰਦਪੁਰ ਖਾਲਸਾ ਫੌਜ ਕਹੀ ਜਾ ਰਹੀ ਹੈ। ਦੇਖੋ ਅਗੇਨ ਇਟ ਵਿਲ ਕਮ ਅਪ। ਤੇ ਅੰਮ੍ਰਿਤਪਾਲ ਟਾਈਗਰ ਫੋਰਸ ਕਹੀ ਜਾ ਰਹੀ ਹੈ। ਦੇਖੋ ਅੰਮ੍ਰਿਤਪਾਲ ਟਾਈਗਰ ਫੋਰਸ ਫ੍ਰੈਂਕਲੀ ਮੈਂ ਵੇਖਿਆ ਨਹੀਂ, ਆਲ ਆਫ ਅ ਸਡਨ ਇਟ ਇਜ਼ ਕਮਿੰਗ ਅਪ। ਜੇ ਪਹਿਲੇ ਲੱਗਿਆ ਹੁੰਦਾ ਤਾਂ ਆਮ ਸ਼ੋਰ ਕਿ ਤੁਸੀਂ ਸਮਝਦੇ ਹੈਗੇ ਹੋ ਤੁਹਾਡੀ ਪ੍ਰੈਸ ਜਿਹੜੀ ਹੈਗੀ ਉਹਨੇ ਪਹਿਲੇ ਫੋਟੋਆਂ ਨਹੀਂ ਖਿੱਚੀ ਹੋਣੀ ਹੈ, ਉਹਦਾ ਇੰਟਰਵਿਊ ਲੈਣ ਵੀ ਜਾ ਰਹੇ ਸੀ ਲੋਕੀ ਕਾਫੀ ਸਾਰੇ। ਤੁਸੀਂ ਦੇਖੋ ਵੀਡੀਓਸ ਹੈਗੇ ਨੇ, ਸਭ ਕੁਝ ਹੈਗੇ ਨੇ, ਉਹਦਾ ਘਰ ਦਾ ਵੀ ਹੈਗਾ, ਵਿਊ ਹੈਗਾ, ਬਾਕੀ ਵੀ ਹੈਗਾ। ਪਰ ਮੈਂ ਜਿੱਥੇ ਤੱਕ ਮੈਨੂੰ ਪਤਾ ਹੈਗਾ, ਹੋ ਸਕਦਾ ਆਈ ਮਿਸਡ ਆਊਟ ਔਨ ਦੈਟ ਕਿ ਉਹ ਨਜ਼ਰ ਤੇ ਆਇਆ ਨਹੀਂ। ਹੁਣ ਜਿਹੜਾ ਹੈਗਾ ਯੈਸ AKF ਵਗੈਰਾ ਜਿਹੜੀ ਗੱਲਾਂ ਆ ਰਹੀਆਂ ਹੈਗੀਆਂ ਨੇ, ਹੋਰ ਵੀ ਆ ਰਹੀਆਂ, ਹੋ ਸਕਦਾ ਉਹ ਲੁਕਾ ਛੁਪੀ ਉਹਦੀ ਹੋਏ, ਮੇਬੀ ਹੀ ਵਾਸ ਟ੍ਰਾਈਂਗ ਟੂ ਡੂ ਇਟ ਇਸ ਤਰੀਕੇ ਦੇ ਨਾਲ ਬਾਹਰ ਗੱਲ ਨਾ ਆਏ। ਪਰ ਪਹਿਲੇ ਮੈਂ ਇਸ ਗੱਲ ਨੂੰ ਨਹੀਂ ਸੁਣਿਆ ਸੀ, ਬਟ ਨਾਓ ਇਟ ਇਜ਼ ਔਨ ਦ ਸਕਰੀਨ। ਯੈਸ, ਇਹ ਬਹੁਤ ਵੱਡਾ ਪੁਆਇੰਟ ਤੁਸੀਂ ਚੱਕਿਆ। ਮੈਂ ਛੋਟਾ ਬ੍ਰੇਕ ਲੈ ਕੇ ਵਾਪਸ ਆ ਰਿਹਾ। ਸ਼ਸ਼ੀਕਾਂਤ ਜਵਾਬ ਦੇ ਰਹੇ ਆ, ਸਵਾਲ ਤੁਹਾਡੇ ਹੈ, ਮੈਂ ਪੁੱਛ ਰਿਹਾ, ਵਾਪਸ ਆ ਰਿਹਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਸ਼ਸ਼ੀਕਾਂਤ, ਤੁਹਾਨੂੰ ਮੈਨੀਪੂਲੇਸ਼ਨ ਲੱਗਦੀ ਹੈ? Is it manipulation by ISI? Yes, positively. And a section of diaspora living abroad, yes. ਜੋ ਮੋਬਾਈਲ ਦੇ ਵਿੱਚ ਸਾਰਾ ਕੁਝ ਸ਼ੋਅ ਕੀਤਾ ਜਾ ਰਿਹਾ ਵੀ ਖਾਲਿਸਤਾਨ ਦਾ ਪਲਾਨ ਬਣ ਗਿਆ ਸੀਗਾ, ਤੁਸੀਂ ਉਸ ਤੇ ਬਿਲੀਵ ਕਰਦੇ ਹੋ? ਮੈਂ ਉਹਦੇ ਤੇ ਬਿਲੀਵ ਵੀ ਨਹੀਂ ਕਰਨਾ ਹੈਗਾ ਹੈ, ਡਿਸਟਰਸਟ ਵੀ ਨਹੀਂ ਕਰਨਾ ਹੈਗਾ ਹੈ। ਮੇਰਾ ਹਮੇਸ਼ਾ ਐਟੀਟਿਊਡ ਰਿਹਾ ਜਿਹੜੀ ਇਨਫੋਰਮੇਸ਼ਨ ਆਉਂਦੀ ਉਹਨੂੰ ਤੁਸੀਂ ਐਜ਼ ਸੱਚ ਲਓ, ਉਹਦੇ ਉੱਤੇ ਵਰਕਆਊਟ ਕਰੋ ਐਂਡ ਡੂੰਘਾਈ ਦੇ ਵਿੱਚ ਜਾ ਕਰਕੇ ਉਹਨੂੰ ਕੀ ਕਹਿੰਦੇ ਨੇ ਇਨ ਬਿਨ ਵੇਖ ਕਰਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰੋ। ਸਟੇਟ ਵੇ ਆਈ ਹੈਵ ਨੈਵਰ ਜੰਪਡ ਔਨ ਐਨੀ ਕਨਕਲੂਜਨ। ਚਾਹੇ ਜਿਸ ਤਰ੍ਹਾਂ ਵੀ ਇਨਫੋਰਮੇਸ਼ਨ ਮੇਰੇ ਉੱਤੇ ਥੋਪੀ ਜਾਏ, ਆਈ ਵਰਕਡ ਇਨ ਆਲ ਸੋਰਟਸ ਆਫ ਏਜੰਸੀਜ਼ ਐਂਡ ਪੁਲਿਸ, ਮੈਂ ਕਦੇ ਵੀ ਕਨਕਲੂਜਨ ਤੇ ਜੰਪ ਨਹੀਂ ਕੀਤਾ। ਜਿਹੜੀ ਇਨਫੋਰਮੇਸ਼ਨ ਆਈ ਹੈ ਆਈ ਆਲਵੇਜ਼ ਸਟੱਡੀਡ ਇਟ ਐਂਡ ਟਰਾਈ ਟੂ ਸੀ ਵਾਟ ਐਗਜ਼ੈਕਟਲੀ ਇਟ ਇਜ਼। ਜਦੋਂ ਇੱਕ ਵਾਰੀ ਮੈਂ ਕਨਵਿੰਸ ਹੋ ਜਾਣਾ ਹੈਗਾ ਕਿ ਹਾਂ ਸਹੀ ਹੈਗਾ, ਦੈਨ ਆਈ ਬਿਲੀਵ ਇਨ ਦੈਟ। ਜੋ ਕਿਹਾ ਜਾ ਰਿਹਾ ਕਿ ਖਾਲਿਸਤਾਨ ਦਾ ਲੋਗੋ ਹੈ, ਐਂਬਲਮ ਹੈ, ਫਿਰ ਉਹਨਾਂ ਸੂਬਿਆਂ ਦੇ ਜਿਹੜੇ ਝੰਡੇ ਹੈ, ਉਹ ਸਾਰਾ ਕੁਝ ਜੋ ਪੰਜਾਬ ਪੁਲਿਸ ਨੇ ਸ਼ੋਅ ਆਫ ਕੀਤਾ। ਕੁਝ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਸਾਡੇ ਰਿਆਸਤੀ ਸੂਬਿਆਂ ਨਾਲ ਜਾਂ ਰਿਆਸਤੀ ਜਿਹੜੀ ਸਾਡੇ ਰਿਆਸਤ ਰਹੀ ਹੈ ਉਹਨਾਂ ਨਾਲ ਜੁੜੀਆਂ ਹੋਈਆਂ ਲੱਗਦੀਆਂ। ਤੁਹਾਨੂੰ ਲੱਗਦਾ ਇੱਦਾਂ? ਲਾਈਕ ਮੈਂ ਕਿਹਾ ਦੱਸਿਆ ਤੁਹਾਨੂੰ ਹੁਣੇ ਹੀ, ਇਨਫੋਰਮੇਸ਼ਨ ਹੈਜ਼ ਕਮ ਅਪ, ਆਈ ਵੁੱਡ ਲਾਈਕ ਟੂ ਪੌਂਡਰ ਓਵਰ ਇਟ, ਥਿੰਕ ਅਬਾਊਟ ਇਟ, dissect it, have some corroboration, then ਉਹਦੇ ਤੇ ਮੈਂ ਕੋਈ ਕਮੈਂਟ ਕਰਾਂਗਾ ਜਾਂ ਬਿਲੀਵ ਕਰਾਂਗਾ। ਆਫ ਹੈਂਡ ਮੈਂ ਕਿਸੇ ਚੀਜ਼ ਤੇ ਬਿਲੀਵ ਨਹੀਂ ਕਰਨਾ ਹੈਗਾ। ਆਈ ਜਸਟ ਲਾਈਕ ਟੂ ਸਟੱਡੀ ਇਟ। ਇਸ ਇਨਫੋਰਮੇਸ਼ਨ ਆ ਗਈ, ਆਈ ਥਿੰਕ ਤੁਹਾਡੇ ਵਰਗੇ ਜਿਹੜੇ ਜਰਨਲਿਸਟ ਹੈਗੇ ਨੇ, ਜਿਹੜਾ ਕਿ ਇਨਵੈਸਟੀਗੇਟਿਵ ਜਰਨਲਿਸਟ ਕਹਿੰਦੇ ਹੈਗੇ ਨੇ, ਨਾਓ ਇਟਸ ਦੇਅਰ ਜੌਬ ਇਹ ਸਾਰੀ ਗੱਲ ਲੈ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ। ਕਿਉਂਕਿ ਅਸੀਂ ਫਰੀਦਕੋਟ ਰਿਆਸਤ ਦਾ ਵੀ ਉਹ ਦੇਖਿਆ ਹੋਇਆ, ਕਪੂਰਥਲਾ ਰਿਆਸਤ ਦਾ ਵੀ ਦੇਖਿਆ ਹੋਇਆ, ਉਹਦੇ ਨਾਲ ਮੈਚ ਕਰਦੇ ਕਿਤੇ? ਮੈਨੂੰ ਨਹੀਂ ਜਾਪਦਾ ਮੈਚ ਕਰਦੇ। ਹੋ ਸਕਦਾ ਹੈ ਉਹਨਾਂ ਦਾ ਵਿਚਾਰ ਹੋਏ ਜਿਸ ਤਰ੍ਹਾਂ ਹੈਗਾ ਹੈ ਕਿ ਸਟੇਟਾਂ ਵੰਡਣੀ ਹੈਗੇ ਨੇ, ਪਰ ਜੇ ਸਟੇਟਾਂ ਵੰਡਣ ਦਾ ਪਲਾਨ ਬਣਾ ਰਹੇ ਸੀ ਤਾਂ ਮੈਂ ਉਹਨਾਂ ਨੂੰ ਐਡਵਾਈਸ ਕਰਨਾ ਚਾਹਾਂਗਾ ਇਸ ਤਰ੍ਹਾਂ ਦੇ ਆਨਸਰ ਜਿਹੜੇ ਹੈਗੇ ਨੇ। ਇੱਕ ਤੁਸੀਂ ਮਹਾਰਾਜਾ ਰਣਜੀਤ ਸਿੰਘ ਨੂੰ ਕਿਉਂ ਛੱਡ ਦਿੱਤਾ? ਉਹਨਾਂ ਦਾ ਲਾਹੌਰ ਦੇ ਵਿੱਚ ਸੀ, ਉਹ ਵੀ ਤੁਸੀਂ ਕਹੋ ਕਿ ਇਹ ਵੀ ਜਿਹੜਾ ਹੈਗਾ ਇਹ ਖਾਲਿਸਤਾਨ ਦੀ ਆ ਜਿਹੜਾ ਕੋਈ ਉਸ ਵੇਲੇ ਬਣੇਗਾ ਉਹਦੀ
ਸਟੇਟ ਹੀ ਨਹੀਂ ਹੋਏਗੀ, ਉਹਦੀ ਹੈੱਡਕੁਆਟਰਸ ਉਹ ਹੋਏਗਾ, ਉਹਦੀ ਕੈਪੀਟਲ ਉਹ ਹੋਏਗੀ। ਮਹਾਰਾਜਾ ਰਣਜੀਤ ਸਿੰਘ ਜਿਹੜੇ ਅਫਗਾਨਿਸਤਾਨ ਤੱਕ ਚਲੇ ਗਏ, ਉੱਥੇ ਵੀ ਬਹੁਤ ਸਾਰੀ ਸਟੇਟਾਂ ਹੈਗੀਆਂ ਨੇ। ਵਾਈ ਨਾਟ ਇੰਡੀਕੇਟ ਦੋ ਸਟੇਟਸ? ਜਦੋਂ ਮੈਂ ਸਮਝਦਾ ਹਾਂ ਖਾਲਿਸਤਾਨ, ਆਮ ਟਾਕਿੰਗ ਅਬਾਊਟ ਖਾਲਿਸਤਾਨ ਨਾਓ ਇਨ ਐਨ ਅਕੈਡਮਿਕ ਵੇ, ਜਿਹੜੇ ਸੁਪਰੀਮ ਕੋਰਟ ਨੇ ਵੀ ਕਿਹਾ ਖਾਲਿਸਤਾਨ ਨੂੰ ਅਕੈਡਮਿਕ ਵੇ ਦੇ ਵਿੱਚ ਗੱਲ ਕਰਨ 'ਚ ਨੁਕਸਾਨ ਨਹੀਂ ਹੈ। ਜਦੋਂ ਤੁਸੀਂ ਆਮ ਲੈਂਦੇ ਹੈਗੇ, ਆਮ ਪਿਕਅਪ ਕਰਦੇ ਹੋ ਤਾਂ ਖਤਰਾ ਹੈਗਾ ਜਿਹੜਾ ਕਿ ਗਲਤੀ ਇਹਨੇ ਫੇਰ ਕੀਤੀ। ਹੀ ਟਰਾਈ ਟੂ ਪਿਕ ਅਪ ਦ ਆਰਮਸ ਔਨ ਦਿਸ ਇਸ਼ੂ, ਜੋ ਗਲਤੀ ਸੀ। ਪਰ ਜਦੋਂ ਤੁਸੀਂ ਖਾਲਿਸਤਾਨ ਦੀ ਗੱਲ ਕਰੋਗੇ, ਜਦੋਂ ਤੁਸੀਂ ਇਹ ਨਹੀਂ ਕਹੋਗੇ ਕਿ ਇਹਦੀ ਰਾਜਧਾਨੀ ਜਿਹੜੀ ਹੈਗੀ ਲਾਹੌਰ ਹੋਏਗੀ ਔਰ ਉੱਥੋਂ ਲੈ ਕੇ ਅਫਗਾਨਿਸਤਾਨ ਦੇ ਹਿੱਸੇ ਜਿਹੜੇ ਹੈਗੇ ਉਹਨਾਂ ਦੇ ਵੀ ਕਿਹੜੇ ਸੂਬੇ ਬਣਨ ਕੋ ਦੇ ਕਰੋਗੇ, ਤਾਂ ਸਮਝਣਾ ਹੈ ਕਿ ਇੱਕ ਬੰਦਾ ਜਿਹੜਾ ਕਿ ਐਨਾਲਿਟਿਕਲੀ ਵੇਖਣਾ ਚਾਹੁੰਦਾ ਹੈਗਾ ਉਹਨੂੰ ਸੈਟੀਸਫਾਈ ਨਹੀਂ ਹੋਏਗਾ। ਮੈਂ ਹੁਣ ਐਨਾਲਿਟਿਕਲ ਸੋਚਣ ਵਾਲੇ ਬੰਦਿਆਂ 'ਚ ਹੈਗਾ, ਉਸ ਵੇਲੇ ਤੱਕ ਮੈਂ ਨਹੀਂ ਸੋਚਾਂਗਾ ਜਦੋਂ ਤੱਕ ਇਟ ਹੈਜ਼ ਟੂ ਬੀ ਟੋਟਲ ਪਰਸਪੈਕਟਿਵ। ਆਈ ਐਮ ਸੇਇੰਗ ਇੱਕ ਪੰਜਾਬ ਵਿੱਚ ਇਹ ਚਰਚਾ ਲਗਾਤਾਰ ਕੀਤੀ ਜਾ ਰਹੀ ਹੈ ਕਿ ਇੱਥੇ ਰਾਸ਼ਟਰਪਤੀ ਰਾਜ ਦੇ ਲਈ ਇਹ ਸਭ ਕੁਝ ਹੋ ਰਿਹਾ ਹੈ। ਇੱਕ ਤਾਂ ਮੇਰਾ ਇਹ ਸਵਾਲ ਹੈ। ਦੂਜਾ ਸਵਾਲ ਮੇਰਾ ਇਹ ਹੈ ਕਿ ਪੰਜਾਬ ਨੂੰ ਇਹ ਕਿਹਾ ਜਾ ਰਿਹਾ ਕਿ ਕਾਲੇ ਦੌਰ ਵਾਲਾ ਪੰਜਾਬ ਮੁੜ ਸਕਦਾ, ਜਿਹਨੂੰ ਕਈ ਔਖਾ ਦੌਰ ਵੀ ਕਹਿੰਦੇ ਆ। ਤੁਸੀਂ ਇਹਨਾਂ ਦੋਨਾਂ ਸਵਾਲਾਂ ਨਾਲ ਇਤਫਾਕ ਰੱਖਦੇ ਹੋ? ਦੇਖੋ, ਪਹਿਲੀ ਗੱਲ ਆਈ ਹੈਗੀ ਪ੍ਰੈਜ਼ੀਡੈਂਟ ਰੂਲ ਵਾਲੀ। ਜਦੋਂ ਸਾਡੇ ਇੱਥੇ ਗੈਂਗਸਟਰਸ ਜਿਹੜੇ ਹੈਗੇ ਨੇ ਦੇ ਬਿਕਮ ਵੈਰੀ ਐਕਟਿਵ, ਡੈਥਸ ਹੋ ਰਹੀਆਂ ਸਨ, ਤੁਹਾਨੂੰ ਪਤਾ ਕਿਸ ਤਰ੍ਹਾਂ ਰਾਜ ਹੋ ਰਿਹਾ। ਸਰਟਨਲੀ ਉਸ ਸਮੇਂ ਤੋਂ ਹੀ ਜਿਹੜੇ ਸਾਡੇ ਲੀਡਰਸ ਹੈਗੇ ਨੇ ਕੁਝ, ਉਹਨਾਂ ਦੇ ਵੱਲੋਂ ਆਉਣਾ ਸ਼ੁਰੂ ਹੋ ਗਿਆ ਸੀ ਕਿ ਸਟੇਟ ਜਿਹੜੀ ਹੈਗੀ ਹੈ ਇਹਦੇ ਪ੍ਰੈਜ਼ੀਡੈਂਟ ਰੂਲ ਲਾਓ, ਕਿਉਂਕਿ ਵਰਨਾ ਇਹ ਜਿਹੜੀ ਸਰਕਾਰ ਹੈਗੀ ਨਹੀਂ ਸਾਂਭ ਸਕਦੀ। ਇਸ ਤਰ੍ਹਾਂ ਦੀ ਡਿਮਾਂਡ ਉੱਠੀ ਸੀ। ਪਰ ਉਹਦੇ ਬਾਅਦ ਫਿਰ ਮੈਨੂੰ I was talking to some top journalists in Delhi. He was saying कि शायद गवर्नमेंट ऑफ इंडिया ਦੇ ਵਿੱਚ ਵੀ ਕੁਝ ਡਿਫਰੈਂਸਿਸ ਹੋਏ ਕਿ ਅਜੇ we should not talk about president's rule etc. So we try to control the situation ਕਿਉਂਕਿ ਸਿਚੁਏਸ਼ਨ ਅੰਮ੍ਰਿਤਪਾਲ ਦੇ ਬਾਅਦ ਇੱਥੇ ਬਹੁਤ ਟ੍ਰਿਕੀ ਹੋ ਗਈ ਸੀ। ਦੂਜਾ ਸਵਾਲ ਤੁਸੀਂ ਪੁੱਛਿਆ ਕਾਲਾ ਦੌਰ, impossible in capital letters। ਜੇ ਤੁਸੀਂ ਖਾਲਿਸਤਾਨ ਦੀ ਗੱਲ ਕਰਦੇ ਹੈਗੇ, ਰਿਵਰਸ ਕਮਿੰਗ ਬੈਕ ਇਨ ਪੰਜਾਬ ਅਗੇਨ, impossible in ਕੈਪੀਟਲ ਲੈਟਰਸ। ਕਿ ਉਸ ਸਮਾਂ ਹਰ ਇਨਸਾਨ ਨੇ, ਕਿਸੇ ਵੀ ਸਮਾਜ ਦਾ ਹੋਏ, ਕਿਸੇ ਵੀ ਜਾਤ ਦਾ ਹੋਏ, ਕਿਸੇ ਦੇ ਬਰਾਦਰੀ ਦਾ ਹੋਏ, ਵਾਟ ਐਵਰ ਇਟ ਇਜ਼, ਕਿਸੇ ਵੀ ਧਰਮ ਦਾ ਹੋਏ, ਸਾਰਿਆਂ ਨੇ ਸਫ਼ਰ ਕੀਤਾ ਔਰ ਉਸ ਕਾਲੇ ਦੌਰ ਵੱਲ ਕੋਈ ਵੀ ਹੁਣ ਜਾਣ ਨੂੰ ਤਿਆਰ ਨਹੀਂ ਹੈਗਾ। ਐਂਟੀ ਸੋਸ਼ਲ ਐਲੀਮੈਂਟਸ ਸ਼ਗੂਫਾ ਛੱਡ ਕੇ ਕੋਈ ਤਮਾਸ਼ਾ ਕਰਕੇ ਥੋੜਾ ਇਸ ਤਰ੍ਹਾਂ ਦਾ ਹਵਾ ਕਰਨ ਦੀ ਕੋਸ਼ਿਸ਼ ਕਰਦੇ हैं। ਬਟ ਦਿਸ ਸਿਚੁਏਸ਼ਨ ਇਜ਼ ਐਬਸੋਲੂਟਲੀ ਇੰਪੋਸੀਬਲ। ਨੋ ਕਾਲਾ ਦੌਰ, ਨੋ ਖਾਲਿਸਤਾਨ, ਨੋ ਨਥਿੰਗ ਇਜ਼ ਨਾਟ ਪੋਸੀਬਲ। ਔਰ ਪ੍ਰੈਜ਼ੀਡੈਂਟ ਰੂਲ ਦੀ ਗੱਲ ਹੈਗੀ ਹੈ, ਉਸ ਵੇਲੇ ਗੱਲ ਉੱਠੀ ਸੀ ਜਦੋਂ ਇੱਥੇ ਗੈਂਗਸਟਰਸ ਕਾਫੀ ਐਕਟਿਵ ਹੋ ਗਏ ਸੀ। ਔਰ ਦੂਜੀ ਹੁਣ ਜਦੋਂ ਇਹ ਸਿਚੁਏਸ਼ਨ ਆ ਰਹੀ ਹੈਗੀ ਹੈ, ਇਹ ਸਿਚੁਏਸ਼ਨ ਨੂੰ ਸਾਹਮਣ ਦੇ ਲਈ ਵੀ ਸਟੇਟ ਸਫਲ ਨਹੀਂ ਹੋ ਸਕੀ, ਦੈਨ ਫਿਰ ਉਸ ਵੇਲੇ ਵੀ ਖਾਲਿਸਤਾਨ ਦਾ ਆਪਣਾ ਯੋਰ ਪ੍ਰੈਜ਼ੀਡੈਂਟ ਰੂਲ ਦਾ ਇੰਪੋਜੀਸ਼ਨ ਜਿਹੜਾ ਹੈਗਾ, ਯੈਸ ਦੈਟਸ ਅ ਡਿਸਟਿੰਕਟ ਪੋਸੀਬਿਲਿਟੀ। ਤੇ ਪੂਰੇ ਪੰਜਾਬ ਨੂੰ ਤਾਂ ਇਸ ਤਰੀਕੇ ਪੇਂਟ ਕੀਤਾ ਜਾ ਰਿਹਾ ਕਿ ਟੈਰਰਿਜ਼ਮ ਇੱਥੇ ਵਾਪਸ ਆ ਰਿਹਾ ਹੈ, ਸਾਰੇ ਜਿਹੜੇ ਲੋਕ ਹੈ ਉਹ ਖਾਲਿਸਤਾਨ ਦੀ ਡਿਮਾਂਡ ਕਰਦੇ ਪਏ ਆ। ਪੰਜਾਬ ਨੂੰ ਤਾਂ ਇਸ ਤਰੀਕੇ ਪੇਂਟ ਕੀਤਾ ਜਾ ਰਿਹਾ। ਜਿਹੜੇ ਵੀ ਕਰ ਰਹੇ ਹੈਗੇ ਨੇ, ਮੈਂ ਸਮਝਦਾ ਪੰਜਾਬ ਦੇ ਨਹੀਂ ਭਾਰਤ ਦੇਸ਼ ਦੇ ਦੁਸ਼ਮਣ ਹੈਗੇ ਨੇ। ਪੰਜਾਬ ਦੇ ਵਿੱਚ ਹੁਣ ਵੀ ਤਰੀਕ ਦੇ ਵਿੱਚ ਉਹ ਜਿਹੜਾ ਭਾਈਚਾਰਾ ਹੈਗਾ, ਜਿਹੜਾ ਕਿ ਸਾਡੇ ਪਹਿਲੇ ਹੁੰਦਾ ਸੀ ਕਿ ਜਿਹੜੇ ਪਰਿਵਾਰ ਹੈਗੇ ਸਾਰਿਆਂ ਦਾ ਮੁੰਡਾ ਜਿਹੜਾ ਵੱਡਾ ਹੁੰਦਾ ਸੀ ਉਹਨੂੰ ਉਹਦੇ ਦਸਤਾਰਬੰਦੀ ਹੁੰਦੀ ਸੀ, ਉਹ ਜਿਹੜਾ ਹੈਗੀ ਨੋਮ ਜਿਹੜਾ ਪਿਆਰ ਹੈਗਾ ਕਮਿਊਨਿਟੀਜ਼ ਵਿੱਚ ਹੁਣ ਵੀ ਚੱਲ ਰਿਹਾ ਹੈਗਾ। ਜਿਹੜੇ ਵੀ ਕਰ ਰਹੇ ਹੈਗੇ ਨੇ ਕਿ ਇਸ ਤਰ੍ਹਾਂ ਦੀ ਗੱਲ ਕਰ ਰਹੇ ਹੈਗੇ, ਮੈਂ ਸਮਝਦਾ ਹਾਂ ਉਹ ਪੰਜਾਬ ਦੇ ਨਹੀਂ ਬਲਕਿ ਸਾਡੇ ਭਾਰਤ ਦੇਸ਼ ਦੇ ਵੀ ਦੁਸ਼ਮਣ ਹੈਗੇ ਨੇ। ਤੇ ਸਾਡਾ ਕੁਝ ਮੀਡੀਆ ਦਾ ਹਿੱਸਾ ਵੀ ਇਦਾਂ ਕਰਦਾ ਪਿਆ, ਉਹ ਕਹਿੰਦਾ ਪੰਜਾਬ 'ਚ ਟੈਰਰਿਜ਼ਮ ਵਾਪਸ ਆ ਰਿਹਾ। ਯੈਸ, ਉਹਨਾਂ ਨੂੰ ਕੀ ਜਵਾਬ ਦੇਵਾਂਗੇ? ਉਹਨਾਂ ਨੂੰ ਜਵਾਬ ਇਹੀ ਹੈਗਾ ਜਿਹੜਾ ਮੈਂ ਦੇ ਰਿਹਾ ਹੈਗਾ, ਗਿਵ ਅਸ ਕੰਕਰੀਟ ਪ੍ਰੂਫ। ਸਿਰਫ ਉਹਨਾਂ ਦੇ ਕੋਈ ਮੇਰਾ ਵਿਚਾਰ ਇਹ ਹੈਗਾ, ਮੈਂ ਕਿਸੇ ਨਿਊਜ਼ਪੇਪਰ 'ਚ ਹੈਗਾ, ਕਿਸੇ ਮੀਡੀਆ ਹਾਊਸ ਦੇ ਵਿੱਚ ਹੈਗਾ, ਮੈਂ ਲਿਖ ਰਿਹਾ ਹੈਗਾ, ਬਟ ਵਾਟ ਇਜ਼ ਦ ਪ੍ਰੂਫ? ਕੋਈ ਪ੍ਰੂਫ ਆਇਆ? ਅੰਮ੍ਰਿਤਪਾਲ ਨੂੰ ਫੜਿਆ ਗਿਆ, ਉਹਦੇ ਬਾਅਦ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਗੱਲ ਖੜੀ ਹੋਈ, ਕੋਈ ਮਾਰਚ ਨਿਕਲਿਆ, ਕੋਈ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਏ ਜਿਸ ਤਰ੍ਹਾਂ ਕਿ ਜੇ ਕੁਝ ਹੁੰਦਾ ਤੇ ਫਿਰ ਹੋਣੇ ਚਾਹੀਦੇ ਸਨ ਪਰ ਨਹੀਂ ਹੋਏ। ਦੈਟ ਅਗੇਨ ਮੀਨਸ ਕਿ ਅੰਮ੍ਰਿਤਪਾਲ ਦੇ ਨਾਲ ਵੀ ਕੋਈ ਸਪੋਰਟ ਨਹੀਂ ਹੈਗਾ ਪੰਜਾਬੀਆਂ ਦਾ ਜਾਂ ਕਿਸੇ ਵੀ ਕਮਿਊਨਿਟੀ ਹੋਏ, ਉਹਦੇ ਨਾਲ ਕੋਈ ਸਪੋਰਟ ਨਹੀਂ ਹੈਗਾ। ਯੈਸ, ਹੀ ਟਰਾਈਡ ਟੂ ਡੂ ਇਟ ਐਟ ਦ ਇੰਸਟੈਂਸ ਆਫ ISI ਔਰ ਸਮਥਿੰਗ, ਹੀ ਡਿਡ ਇਟ, ਉਹਦੇ 'ਚ ਸਕਸੀਡ ਹੋਇਆ ਥੋੜਾ ਬਹੁਤ। ਅਬ ਨਾਓ ਹੀ ਇਜ਼ ਗੋਇੰਗ ਟੂ ਲੈਂਡ ਅਪ ਬਿਹਾਈਂਡ ਦ ਬਾਰ। ਸੋਸ਼ਲ ਮੀਡੀਆ ਦਾ ਬਹੁਤ ਹਿੱਸਾ ਭਰਿਆ, ਸੋਸ਼ਲ ਮੀਡੀਆ ਦਾ ਬਹੁਤ ਹਿੱਸਾ ਭਰਿਆ ਪਿਆ ਅੰਮ੍ਰਿਤਪਾਲ ਦੀ ਸਪੋਰਟ 'ਚ। ਜੀ ਹਾਂ, ਅਬ ਸੋਸ਼ਲ ਮੀਡੀਆ ਚਲਾਉਂਦਾ ਕੌਣ ਹੈਗਾ? ਹਰ ਜਿਹੜਾ ਹੈਗਾ ਇਸ ਕਾਲਡ ਦੈਟ ਓਪੀਨੀਅਨ ਮੇਕਰਸ, ਅਸੀਂ ਉਹਨਾਂ ਨੂੰ ਓਪੀਨੀਅਨ ਮੇਕਰਸ ਕਹਿੰਦੇ ਹੈਗੇ ਨੇ। ਓਪੀਨੀਅਨ ਮੇਕਰਸ ਜਿਹੜੇ ਹੈਗੇ ਨੇ ਉਹ ਪ੍ਰਾਈਵੇਟ ਵੀ ਹੈਗੇ ਨੇ, ਕਿਸੇ ਪੋਲੀਟੀਕਲ ਅਧਾਰੇ ਦੇ ਵੀ ਹੋ ਸਕਦੇ ਹੈਗੇ ਨੇ, ਕਿਸੇ ਸੋਸ਼ਲ ਅਧਾਰੇ ਦੇ ਵੀ ਹੁੰਦੇ ਆ। ਔਰ ਨਾਲ ਇਹ ਸੋਸ਼ਲ ਮੀਡੀਆ ਜੇ ਤੁਸੀਂ ਐਨਾਲਾਈਜ਼ ਕਰੋ, ਮੈਂ ਕਿਤੇ ਐਨਾਲਿਸਿਸ ਰਿਪੋਰਟ ਪੜ੍ਹ ਵੀ ਰਿਹਾ ਸੀ, ਮੋਸਟ ਆਫ ਥੀਸ ਆਰ ਫੇਕ ਅਕਾਊਂਟ ਜਿਹੜੇ ਕਿ ਵਿਦੇਸ਼ਾਂ ਤੋਂ ਬਣੇ ਹੈਗੇ ਨੇ, ਦੇ ਆਰ ਨਾਟ ਇੰਡੀਅਨ। ਲੋਟਸ ਆਫ ਸੱਚ ਅਕਾਊਂਟਸ ਆਰ ਜਿਹੜੇ ਕਿ ਪਾਕਿਸਤਾਨ ਦੇ ਵਿੱਚ ਬਣੇ ਹੈਗੇ ਨੇ। ਇਹ ਕੋਈ ਰਿਪੋਰਟ ਵੇਖੀ ਸੀ, ਕੋਈ ਇੰਟਰਨੈਸ਼ਨਲ ਅਧਾਰਾ ਸੀ, ਉਹਨੇ ਸਟੱਡੀ ਕੀਤਾ ਸੀ ਕਿ ਜਿਹੜੇ ਇੱਕ ਸਡਨ ਜਿਹੜੀ ਸਰਜ ਹੋਈ ਹੈਗੀ ਹੈ ਇਹਨਾਂ ਦੇ ਉੱਤੇ ਯੋਰ ਸੋਸ਼ਲ ਮੀਡੀਆ ਅਕਾਊਂਟਸ ਦੇ ਵਿੱਚ, ਉਹਦੇ 'ਚ ਦੇ ਆਰ ਆਲ ਮੈਨੀਪੂਲੇਟਡ, they are all just projected on account of
ਸਮ ਵੈਸਟਡ ਇੰਟਰਸਟ। ਮੇਰਾ ਸੋਸ਼ਲ ਮੀਡੀਆ ਦੇ ਉੱਤੇ ਕੋਈ ਯਕੀਨ ਨਹੀਂ ਹੈਗਾ। ਜਿਵੇਂ WhatsApp ਵੀ ਹੈਗਾ, ਉਹਨੂੰ ਮੈਂ ਕਹਿੰਦਾ WhatsApp ਯੂਨੀਵਰਸਿਟੀ, WhatsApp ਯੂਨੀਵਰਸਿਟੀ ਇਜ਼ ਵਾਟ ਇਟ ਇਜ਼, ਇਟਸ ਜਸਟ ਫੇਕ। ਤੇ ਉਹਦੇ ਵਿੱਚ ਤਾਂ ਜਿਵੇਂ ਹੁਣ ਕੋਈ ਇੰਟਰਵਿਊ ਵੀ ਕਰਦਾ ਕਿਸੇ ਦੀ, ਉਹਨੂੰ ਵੀ ਗਾਲਾਂ ਕੱਢੀਆਂ ਜਾ ਰਹੀਆਂ ਕਿ ਭਾਈ ਤੂੰ ਅਮਰਪਾਲ ਦੇ ਹੱਕ 'ਚ ਕਿਉਂ ਨਹੀਂ ਭੁਗਤਦਾ ਪਿਆ। ਯੈਸ, ਜੇ ਮੈਂ ਤੁਹਾਡਾ ਸਪੋਰਟਰ ਹੈਗਾ, ਮੈਂ ਚਾਹੁੰਦਾ ਹੈਗਾ ਕਿ ਕੁਝ ਹੋਏ, ਤਾਂ ਮੈਂ ਤੁਹਾਨੂੰ ਕਹਾਂਗਾ ਤੁਸੀਂ ਇਹ ਕੰਮ ਕਿਉਂ ਨਹੀਂ ਕਰ ਰਹੇ ਹੋ। ਇਟ ਇਜ਼ ਅਗੇਨ ਲਾਈਕ ਆਈ ਸੈਡ, ਯੂਜ਼ ਦ ਵਰਡ ਓਪੀਨੀਅਨ ਮੇਕਰਸ। ਸੱਚ ਪਰਸਨਸ ਥਿੰਕ ਦੈਟ ਦੇ ਆਰ ਓਪੀਨੀਅਨ ਮੇਕਰਸ। ਤੇ ਸਮਝਦੇ ਹੈਗੇ ਕਿ ਆਪਣਾ ਸੋਸ਼ਲ ਮੀਡੀਆ ਦੇ ਪ੍ਰੈਸ਼ਰ ਰਾਹੀਂ ਉਹ ਪ੍ਰੈਸ਼ਰ ਐਗਜ਼ਰਟ ਕਰ ਸਕਦੇ ਹੈਗੇ ਨੇ ਇੱਕ ਸਹੀ ਰਾਹ 'ਤੇ ਚੱਲਦੇ ਹੋਏ ਇਨਸਾਨ ਦੇ ਉੱਤੇ ਵੀ ਥੋੜਾ ਡਿਟੂਰ ਲੈਣ ਲਈ। ਇਟਸ ਜਸਟ ਸੋਸ਼ਲ ਮੀਡੀਆ ਮੈਨੀਪੂਲੇਸ਼ਨਸ ਐਂਡ ਨਥਿੰਗ ਐਲਸ। ਤੁਸੀਂ ਇੰਟੈਲੀਜੈਂਸ 'ਚ ਬਹੁਤ ਸਾਲ ਕੰਮ ਕੀਤਾ ਜੀ। ਤੁਸੀਂ ਜਿਹੜੇ ਸਾਡੇ ਸਾਬਕਾ ਪ੍ਰਧਾਨ ਮੰਤਰੀ ਹੈ, ਮਰਹੂਮ ਪ੍ਰਧਾਨ ਮੰਤਰੀ, ਉਹਨਾਂ ਨਾਲ ਵੀ ਤੁਸੀਂ ਕੰਮ ਕੀਤਾ। ਮੈਨੂੰ ਜਿੱਥੇ ਤੱਕ ਯਾਦ ਹੈ, ਜੇ ਮੇਰੀ ਇਨਫੋਰਮੇਸ਼ਨ ਕਰੈਕਟ ਹੈ, ਤਾਂ ਬਲੂ ਸਟਾਰ ਵੇਲੇ ਵੀ ਸ਼ਾਇਦ ਤੁਸੀਂ ਕਿਸੇ ਪ੍ਰਧਾਨ ਮੰਤਰੀ ਦੇ ਨਾਲ ਸੀਗੇ। ਹੁਣ ਜਿਹੜੇ ਐਡਵਾਈਜ਼ਰ ਆ, ਬੇਸਿਕਲੀ OST ਆ ਜਾਂ ਐਡਵਾਈਜ਼ਰ ਆ ਜਾਂ ਇੰਟੈਲੀਜੈਂਸ ਬਾਰੇ ਇਨਪੁਟ ਦੇਣ ਵਾਲੇ ਸ਼ਖਸ ਜਿਹੜੇ ਪ੍ਰਧਾਨ ਮੰਤਰੀ ਨਾਲ ਹੁੰਦੇ, ਉਹ ਇਸ ਵਕਤ ਕੀ ਇਨਪੁਟ ਦਿੰਦੇ ਹੋਣਗੇ? ਬਲੂ ਸਟਾਰ ਵੇਲੇ ਤੁਸੀਂ ਕੀ ਇਨਪੁਟ ਦਿੱਤੀ ਸੀ? ਮੈਂ 2 ਸਾਲ ਇਕੱਠੇ ਕਰ ਲਿਆ। ਉਸ ਵੇਲੇ ਦੇ ਇਨਪੁਟ ਦੀ ਗੱਲ ਕਰੋ, ਉਸ ਵੇਲੇ ਕੁਝ ਲੋਕਾਂ ਨੂੰ, ਸਰਕਾਰੀ ਅਫਸਰਾਂ ਨੂੰ ਲੋਕੀ ਕੁਝ ਅਨਨੋਨ ਵਿਅਕਤੀ ਜਿਹੜੇ ਨੇ ਅਕੋਸਟ ਕਰਨਾ ਸ਼ੁਰੂ ਕੀਤਾ ਸੀ। ਜਿਹੜੇ ਕੁਝ ਬੰਦੇ ਜਿਹੜੇ ਹੈਗੇ ਨੇ ਪ੍ਰਧਾਨ ਮੰਤਰੀ ਤੇ ਸਾਊਥ ਬਲਾਕ ਦੇ ਵਿੱਚ ਵੀ ਕੰਮ ਕਰਦੇ ਸੀ। ਇਸ ਗੱਲ ਨੂੰ ਲੈ ਕਰਕੇ ਡਿਸੀਜਨ ਹੋਇਆ ਸੀ ਕਿ ਇੱਥੇ ਸਮ ਪਰਸਨ, ਉਸ ਵੇਲੇ ਮੈਂ IB ਦੇ ਵਿੱਚ ਸੀ, ਕਿ IB 'ਚ ਜਾ ਕਰਕੇ ਇਹਨਾਂ ਨੂੰ ਦੇਖਣਾ ਚਾਹੀਦਾ ਕਿੱਥੋਂ ਕੀ ਹੋ ਰਿਹਾ ਹੈ ਤੇ ਇਹਦਾ ਰੀਅਲ ਐਕਸਟੈਂਟ ਕੀ ਹੈਗੀ ਥ੍ਰੈਟ ਦੇ ਵਿੱਚ। ਉਹ ਗੱਲ ਸੀ ਜਿਸ ਕਰਕੇ ਆਈ ਸਟਾਰਟਡ ਵਰਕਿੰਗ ਇਨ ਫॉर ਅ ਸ਼ਾਰਟ ਵਾਈਲ, ਪੱਕਾ ਨਹੀਂ ਸੀ, ਕੁਝ ਮਹੀਨੇ ਸੀ ਉੱਥੇ ਮੈਂ ਹੀ ਜਾਓ। ਉੱਥੇ ਜਾ ਕਰਕੇ ਮੈਨੂੰ ਪਤਾ ਹੈਗਾ, ਜੇ ਤੁਸੀਂ ਗੱਲ ਮੈਨੂੰ ਪਤਾ ਹੈ, ਸਮਝ ਰਹੇ ਹੋ ਤੁਸੀਂ ਕੀ ਗੱਲ ਕਰਨਾ ਚਾਹੁੰਦੇ ਹੈਗੇ ਹੋ। ਨੈਚੁਰਲੀ PM ਨੇ ਖੁਦ ਤੇ ਆ ਕਰਕੇ ਕਲਾਸਾਂ ਨਹੀਂ ਲੈਣੀਆਂ ਹੈਗੇ ਨੇ, ਬਿਲੀਵ ਨਹੀਂ ਕਰਨਾ ਹੈਗਾ। ਇਟ ਵਾਜ਼ ਮਾਖਣ ਲਾਲ ਫਤਿਹਦਾਰ ਸਾਹਿਬ ਥੇ, ਬੇਸਿਕਲੀ ਉਹੀ ਚਲਾਉਂਦੇ ਸੀ ਸਾਰਾ ਜਿਹੜਾ ਕੰਮ ਹੈਗਾ। ਆਰਮੀ ਦੇ ਕੁਝ ਜਨਰਲ ਸਨ, ਨਾਂ ਨਹੀਂ ਲੈ ਰਿਹਾ ਹੈਗਾ, ਦੇ ਆਲਸੋ ਯੂਜ਼ਡ ਟੂ ਬਿਕਮ ਕਮ ਦੇਅਰ। ਉੱਥੇ ਵੀ ਗੱਲਬਾਤ ਹੁੰਦੀ ਸੀ ਇਸ ਕਿ ਜਿਹੜੇ ਕਾਸਟਿੰਗ ਸ਼ੁਰੂ ਹੋਈ ਹੈਗੀ, ਅਲਟੀਮੇਟਲੀ ਇਹਦਾ ਰਿਜ਼ਲਟ ਕੀ ਹੋਏਗਾ, ਪੰਜਾਬ 'ਚ ਕੀ ਹੋ ਰਿਹਾ ਹੈਗਾ। ਔਰ ਇਹ ਵੀ ਦੱਸਦੇ ਹਾਂ ਕਿ ਪੰਜਾਬ ਦੇ ਬਹੁਤ ਸਾਰੇ ਪੋਲੀਟੀਸ਼ੀਅਨਸ ਅਤੇ ਪੰਜਾਬ ਦੇ ਬਹੁਤ ਸਾਰੇ ਅਫਸਰ ਜਿਹੜੇ ਹੈਗੇ ਨੇ ਲਗਾਤਾਰ ਇਹ ਜ਼ੋਰ ਪਾ ਰਹੇ ਸਨ ਔਨ ਦਾ PMO ਕਿ ਯੈਸ ਆਪਰੇਸ਼ਨ ਬਲੂ ਸਟਾਰ ਜਿਸ ਤਰ੍ਹਾਂ ਦੀ ਕੋਈ ਮੂਰਖਤਾ ਪੂਰਵਕ ਹਰਕਤ ਕਰ ਦਿਓ। ਔਰ ਇਸ ਤਰ੍ਹਾਂ ਦਾ ਡਿਸਕਸ਼ਨ ਹੋਇਆ। ਸੋ ਆਈ ਆਲਵੇਜ਼ ਅਪੋਜ਼ਡ ਇਟ। ਮੈਂ ਪੰਜਾਬ ਤੋਂ ਰਹਿਣ ਵਾਲਾ ਹੈਗਾ, ਪੰਜਾਬ 'ਚ ਕੰਮ ਕੀਤਾ ਹੈਗਾ, ਆਈ ਨੋ ਕੀ ਸੈਂਟੀਮੈਂਟਸ ਹੈਗੇ ਨੇ। ਔਰ ਇਸ ਤਰ੍ਹਾਂ ਦੀ ਬੇਵਕੂਫੀ ਵਾਲੀ ਹਰਕਤ ਜਿਹੜੀ ਕਿ ਅਲਟੀਮੇਟਲੀ ਰਿਜ਼ਲਟ ਕੀਤੀ ਆਪਰੇਸ਼ਨ ਬਲੂ ਸਟਾਰ ਦੇ ਵਿੱਚ, ਉਹ ਕਿੰਨੀ ਡਿਜ਼ਾਸਟਰਸ ਹੋ ਸਕਦੀ ਹੈ, ਨਾਟ ਓਨਲੀ ਫॉर 1 year or 2 year ਬਟ ਫॉर ਆਲ ਟਾਈਮਸ ਟੂ ਕਮ। अब ਤੁਸੀਂ ਕੀਤਾ ਕਿ ਇਸ ਵੇਲੇ ਕੀ ਐਡਵਾਈਜ਼ਰਸ ਕਰ ਰਹੇ ਹੋਣ, ਅਗੇਨ ਆਈ ਕਾਂਟ ਕਮੈਂਟ ਔਨ ਦੈਟ, I can't comment on that because I'm not in loop there, but I'm sure that a concern ਜਿਹੜਾ ਹੈਗਾ ਹੈ ਗਵਰਨਮੈਂਟ ਆਫ ਇੰਡੀਆ ਦੇ ਵਿਚਕਾਰ ਵੀ ਹੈਗਾ। ਔਰ ਹੁਣ ਜਿਹੜੇ ਕਮੈਂਟਸ ਆ ਰਹੇ, ਹੁਣ ਜਿਹੜੇ ਡਿਵੈਲਪਮੈਂਟਸ ਹੋ ਰਹੇ ਗਵਰਨਮੈਂਟ ਆਫ ਇੰਡੀਆ ਵੱਲ ਕਿ ਅਜੇ ਤੱਕ ਮੇ ਬੀ ਇੰਨਾ ਸੀਰੀਅਸ ਐਕਸ਼ਨ ਪੰਜਾਬ ਦੇ ਉੱਤੇ ਨਹੀਂ ਲਿੱਤਾ। ਮੈਂ ਸਮਝਣਾ ਹੈ ਕਿ ਜਿਹੜੇ ਉਹਨਾਂ ਐਡਵਾਈਜ਼ਰਸ ਹੈਗੇ ਨੇ, ਤੁਸੀਂ ਚਾਹਨੇ ਐਂਡ ਪ੍ਰੋਬਬਲੀ NSA ਦੀ ਗੱਲ ਕਰ ਰਹੇ ਹੋ, ਦੂਜਿਆਂ ਦੀ ਗੱਲ ਕਰ ਰਹੇ ਹੈਗੇ ਹੋ, ਆਈ ਵਰਕਡ ਵਿਦ them all। I don't think ਇਸ ਤਰ੍ਹਾਂ ਦਾ ਕੋਈ ਐਡਵਰਸ ਪ੍ਰੈਸ਼ਰ ਪੜ ਰਿਹਾ। ਐਵਰੀਬਡੀ ਇਜ਼ ਟਰਾਈਂਗ ਟੂ ਸੀ ਕਿ ਇਹਨੂੰ ਰੈਸ਼ਨਲੀ ਔਰ ਰੀਜ਼ਨੇਬਲੀ ਹੈਂਡਲ ਕਰੋ, ਫਿਰ ਕੋਈ ਇਸ ਤਰ੍ਹਾਂ ਦੀ ਹਰਕਤ ਨਾ ਕਰ ਦਿਓ ਕਿ ਪੰਜਾਬ ਦੇ ਵਿੱਚ ਫਿਰ ਇਸ ਤਰ੍ਹਾਂ ਦਾ ਪਾੜਾ ਪੈ ਜਾਏ। ਔਰ ਲਾਸਟ ਲਾਈਨ ਫਿਰ, ਯੈਸ substantial number of persons in the Prime Minister's office at that point of time, they were all opposed to Operation Blue Star. Tooth and nail, they were opposed to Blue Star. ਮੈਂ ਵੀ ਸੀ ਅਪੋਜ਼ ਕਰਨ ਵਾਲਿਆਂ 'ਚ, ਹੋਰ ਵੀ ਬਹੁਤ ਸਾਰੇ ਬੰਦੇ ਸਨ। ਔਰ ਬਾਅਦ ਦੇ ਵਿੱਚ ਇਸੇ ਅਪੋਜੀਸ਼ਨ ਕਰਕੇ ਮੈਨੂੰ ਉੱਥੋਂ ਕੱਢ ਕੇ I was sent out to another state. ਦਿੱਲੀ 'ਚ ਵੀ ਨਹੀਂ ਰੱਖਿਆ ਮੈਨੂੰ, ਉੱਥੋਂ ਕੱਢ ਕੇ ਮੈਨੂੰ ਕਿਸੇ ਹੋਰ ਸਟੇਟ 'ਚ ਭੇਜ ਦਿੱਤਾ ਸੀ। ਮੈਂ ਪਹਿਲੀ ਵਾਰੀ ਸੁਣ ਰਿਹਾ ਤੁਹਾਡੇ ਮੂੰਹ ਤੁਸੀਂ ਅਪੋਜ਼ ਕੀਤਾ ਸੀਗਾ। ਅੰਦਰ ਦੀ ਗੱਲਾਂ ਕੌਣ ਆਏਗਾ? ਤਾਂ ਤੁਹਾਨੂੰ ਕਿੰਨੀ ਗੱਲਾਂ ਹੈਗੀਆਂ ਨੇ ਪਤਾ, ਜਿਹੜੇ ਫਤਿਹਦਾਰ ਸਾਹਿਬ ਨੇ ਕੀਤੀ ਹੋਣੀ ਪ੍ਰਾਈਮ ਮਿਨਿਸਟਰ ਆਫਿਸ ਤੋਂ, ਉਸ ਵੇਲੇ ਹੋਈਆਂ ਸਨ। ਇਸ ਵੇਲੇ ਪ੍ਰਾਈਮ ਮਿਨਿਸਟਰ ਆਫਿਸ 'ਚ ਕੀ ਹੋ ਰਿਹਾ ਹੈਗਾ? ਵੀ ਜਦੋਂ ਅਸੀਂ ਜਾਣੇ ਹੈਗੇ, ਵੀ ਆਰ ਸੋਨ ਬਾਏ ਸਰਟਨ ਸਟੇਟਮੈਂਟਸ, ਸਿਕਿਉਰਿਟੀ ਐਕਟ ਐਂਡ ਨੀਡ ਟੂ ਨੋ ਬੇਸਿਸ ਐਂਡ ਦਿਸ ਐਂਡ ਦੈਟ। ਹੁਣ ਗੱਲਾਂ ਜਿਹੜੀ ਹੈਗੀਆਂ ਨੇ ਬਹੁਤ ਪੁਰਾਣੀ ਹੋ ਗਈ, ਉਹ ਵੀ ਮੈਂ ਇਨ ਲਿਮਿਟਡ ਇਨ ਡਿਫਰੈਂਟ ਕਾਈਂਡ ਆਫ ਵੇ ਕਰ ਰਿਹਾ ਹੈਗਾ। ਔਰ ਅਗੇਨ ਇਹਦੇ ਬੁੱਕਸ ਵੀ ਲਿਖੀਆਂ ਗਈਆਂ ਹੈਗੀਆਂ ਨੇ, ਕੌਣ ਅਪੋਜ਼ ਕਰ ਰਿਹਾ ਸੀ, ਕੌਣ ਅਪੋਜ਼ ਨਹੀਂ ਕਰ ਰਿਹਾ ਸੀ। ਦੇ ਆਰ ਆਲ ਇਨ ਰਾਈਟਿੰਗ, ਦੇ ਆਰ ਆਲ ਇਨ ਪਬਲਿਕ ਡੋਮੇਨ। ਤੁਸੀਂ ਵੇਖ ਲਓ ਕਿੰਨੇ ਅਪੋਜ਼ ਕੀਤਾ ਸੀ, ਕਿੰਨੇ ਅਪੋਜ਼ ਨਹੀਂ ਕੀਤਾ ਸੀ। ਪੋਲੀਟੀਸ਼ੀਅਨਸ ਦੇ ਨਾਂ ਵੀ ਵਿਚਕਾਰ ਆਏ ਹੈਗੇ ਨੇ, ਅਫਸਰਾਂ ਦੇ ਨਾਂ ਵੀ ਉਹਨਾਂ 'ਚ ਆਏ ਆ, ਕਿਤਾਬਾਂ ਜਿਹੜੀ ਲਿਖੀ ਗਈਆਂ ਨੇ, ਇਹ ਕਿਹੜੇ ਅਫਸਰ ਨੇ, ਕਿਹੜੇ ਪੋਲੀਟੀਸ਼ੀਅਨ ਨੇ ਅਪੋਜ਼ ਕੀਤਾ, ਤੇ ਕਿਹੜੇ ਦਿੱਲੀ ਜਾਂਦੇ ਸੀ ਸਪੈਸ਼ਲ ਏਅਰਕ੍ਰਾਫਟ ਦੇ ਵਿੱਚ, ਉੱਥੇ ਜਾ ਕੇ ਕੀ ਕਰਦੇ ਸੀ। ਆਈ ਡੋਂਟ ਨੋ ਵੈਦਰ ਯੂ ਨੋ ਦਿਸ ਥਿੰਗਸ ਔਰ ਨਾਟ। ਬਹੁਤ ਸਾਰੀ ਗੱਲਾਂ ਇੱਥੇ ਦੀ ਹੁੰਦੀਆਂ ਨੇ ਜਿਨ੍ਹਾਂ ਕਿ ਆਮ ਲੋਕਾਂ ਨੂੰ ਨਹੀਂ ਪਤਾ ਹੁੰਦੀਆਂ ਹੈਗੀਆਂ ਨੇ। ਚਲੋ ਇੱਕ ਹੋਰ ਛੋਟਾ ਵਕਫਾ, ਵਕਫੇ ਤੋਂ ਬਾਅਦ ਵਾਪਸ ਆਉਂਦੇ ਹਾਂ। ਸ਼ਸ਼ੀਕਾਂਤ ਹਰੀ ਸਾਡੇ ਨਾਲ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਸ਼ਸ਼ੀਕਾਂਤ ਜੀ, ਤੁਸੀਂ ਬਹੁਤ
ਵੱਡੀ ਇਨਪੁਟ ਤੁਸੀਂ ਅੱਜ ਦਿੱਤੀ ਹੈ। ਮੈਂ ਇੱਕ ਸਵਾਲ ਤੁਹਾਨੂੰ ਕਰਨਾ ਚਾਹੁੰਦਾ, ਇਸ ਵਕਤ ਕੋਈ ਇਹੋ ਜਿਹੇ ਅਫਸਰ ਹੈਗੇ ਆ ਜਿਹੜੇ PMO ਤੱਕ ਕੋਈ ਜਿਹੜੀ ਧਰਾਤਲ ਤੇ ਜੋ ਪੰਜਾਬ ਵਿੱਚ ਹੋ ਰਿਹਾ ਉਹ ਇਨਪੁਟ ਦਿੰਦੇ ਪਏ ਆ? ਨੈਚੁਰਲੀ ਦਿੰਦੇ ਹੋਣੇ ਨੇ। ਜਿਹੜੇ ਵੀ ਆਰਗੇਨਾਈਜੇਸ਼ਨਸ ਹੈਗੇ ਨੇ, ਮੈਂ ਸੈਂਟਰਲ ਆਰਗੇਨਾਈਜੇਸ਼ਨਸ ਦੀ ਗੱਲ ਕਰ ਰਿਹਾ ਹੈਗਾ, ਉਹਦੇ ਚ ਨੈਚੁਰਲੀ ਪੰਜਾਬ ਸੈਲਸ ਹੈਗੀਆਂ ਨੇ। ਪਹਿਲੇ ਦੇ ਵਰ ਨਾਟ ਪੰਜਾਬ ਸਪੈਸੀਫਿਕ ਸੈਲਸ, ਬਾਡੀਜ਼, ਆਰਗੇਨਾਈਜੇਸ਼ਨਸ ਸੈਟਅਪ, ਦੇ ਵਰ ਨਾਟ ਪੰਜਾਬ ਸਪੈਸੀਫਿਕ। ਅੱਜ ਦੀ ਤਰੀਕ 'ਚ ਮੈਨੂੰ ਪਤਾ ਹੈਗਾ, ਆਮ ਸ਼ੋਰ ਚਾਹੀਦੀਆਂ ਹੋਣੀ ਚਾਹੀਦੀਆਂ ਨੇ, ਕਿਉਂਕਿ ਪੰਜਾਬ ਦੇ ਵਿੱਚ ਇੰਨਾ ਕੁਝ ਵਾਪਰ ਰਿਹਾ ਹੈਗਾ, ਨੰਬਰ 1। ਔਰ ਦੂਸਰੀ, ਇਨਫੋਰਮੇਸ਼ਨ ਦੇਣ ਵਾਲੇ ਕੌਣ ਹੈਗੇ ਨੇ, ਰਾਈਟ? NIA ਦਾ ਹੈਡ ਜਿਹੜਾ ਹੈਗਾ, ਹੀ ਇਜ਼ ਫਰਮ ਪੰਜਾਬ ਕਾਡਰ। ਰॉ ਦਾ ਹੈਡ ਜਿਹੜਾ ਹੈਗਾ, ਹੀ ਇਜ਼ ਫਰਮ ਪੰਜਾਬ ਕਾਡਰ। ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਮੇਜਰ ਚੰਕ ਉਹਨਾਂ ਦੇ ਆਪਰੇਸ਼ਨ, ਉਹਨਾਂ ਦਾ ਜਿਹੜਾ ਕੰਮ ਦਾ ਸੀ ਤੇ ਵਰਕਿੰਗ ਇਨ ਦਾ ਫੀਲਡ, ਜਿਹਨਾਂ ਕਰਕੇ ਉਹਨਾਂ ਨੂੰ ਅਸ਼ੋਕ ਚੱਕਰਾ ਵੀ ਮਿਲਿਆ ਸੀ, ਹੀ ਵਾਜ਼ ਆਲਸੋ ਇਨ ਪੰਜਾਬ। ਦੇ ਆਲਸੋ ਨੋ ਅਬਾਊਟ ਪੰਜਾਬ। ਹੋ ਸਕਦਾ ਹੈ ਕਿ ਪੰਜਾਬ ਸਰਕਾਰ ਕਿੰਨੀ ਇਨਫੋਰਮੇਸ਼ਨ ਭੇਜਦੀ ਹੈਗੀ ਹੈ, ਨਹੀਂ ਭੇਜਦੀ ਹੈਗੀ ਹੈ, ਕਿ ਇੰਟੈਲੀਜੈਂਸ ਆਰਗੇਨਾਈਜੇਸ਼ਨਸ ਦੇ ਵਿੱਚ ਪੰਜਾਬ ਦੇ ਵਿੱਚ ਆਮ ਸ਼ੋਰ ਰਿਪੋਰਟਸ ਬਣਦੀਆਂ ਨੇ, ਡੇਲੀ ਰਿਪੋਰਟਸ ਬਣਦੀਆਂ ਨੇ, ਕਿੱਥੇ ਜਾਂਦੀਆਂ ਨੇ ਕਿੱਥੇ ਨਹੀਂ ਜਾਂਦੀਆਂ ਮੈਨੂੰ ਨਹੀਂ ਪਤਾ। ਬਟ ਯੈਸ, ਦਿੱਲੀ ਦੇ ਵਿੱਚ ਬਹੁਤ ਸਾਰੇ ਆਫਿਸਰਸ ਹੈਗੇ ਨੇ, ਉਹ ਬਿਲੋਂਗ ਟੂ ਪੰਜਾਬ। ਲਗਾਤਾਰ ਉਹ ਇਨਫੋਰਮੇਸ਼ਨ, ਉਹਨਾਂ ਦਾ ਕੰਮ ਹੈਗਾ ਇਨਫੋਰਮੇਸ਼ਨ ਦੇਣਾ, ਦੇ ਆਰ ਬੀਇੰਗ ਪੇਡ ਫॉर ਇਟ, ਕਿ ਹਾਂ ਜੀ ਉੱਥੇ ਜਿਹੜਾ ਸਿਚੁਏਸ਼ਨ ਹੈਗੀ ਹੈ ਕੰਟਰੋਲ ਰਹੇ, ਇਸ ਕਰਕੇ ਪੂਰੇ ਜਿਹੜੇ ਹਾਲਾਤ ਹੈਗੇ ਨੇ ਉਹਨਾਂ ਨੂੰ ਬਿਲਕੁਲ ਸਰਕਾਰ ਨੂੰ ਜਾਣੂ ਰੱਖੋ। ਸਰ, ਕਿਹੜਾ ਅਫਸਰ ਹੈ ਜਿਹੜਾ ਖੜਾ ਹੋ ਕੇ ਕਹਿ ਸਕਦਾ ਪੰਜਾਬ ਸਟੇਬਲ ਹੈ, ਪੰਜਾਬ ਡਿਸਟਰਬ ਨਹੀਂ ਹੈਗਾ? ਕੋਈ ਹੈ? ਮੈਂ ਹੈਗਾ। ਪੰਜਾਬ ਸਟੇਬਲ, ਪੰਜਾਬ ਇਜ਼ ਨਾਟ ਡਿਸਟਰਬ। ਮੈਂ ਹੈਗਾ, ਮੈਂ ਖੜਾ ਹੋ ਕੇ ਮੈਂ ਲਾਊਡ ਸਪੀਕਰ ਤੇ ਕਹਿ ਸਕਦਾ ਹੈਗਾ। ਔਰ ਕਿਸੇ ਦਾ ਕੋਈ ਵੈਸਟਡ ਇੰਟਰਸਟ ਹੋਏ, ਦੈਟਸ ਅ ਡਿਫਰੈਂਟ ਥਿੰਗ। ਹੋ ਸਕਦਾ ਮੈਨੂੰ ਕੋਈ ਹੋਰ ਲਾਲਚ ਦੇ, I think even then I'll go there. I say Punjab is stable, Punjab 'ਚ ਕੋਈ ਸਮੱਸਿਆ ਨਹੀਂ ਹੈਗੀ, and I say it absolutely on ਡੰਕੇ ਦੀ ਚੋਟ ਤੇ ਕਹਿਣਾ ਹੈਗਾ। ਇਹ ਜਿਹੜਾ ਹਵਾ ਖੜਾ ਕੀਤਾ ਜਾ ਰਿਹਾ ਪੰਜਾਬ 'ਚ, ਇਹ ਹੋ ਗਿਆ, ਉਹ ਹੋ ਗਿਆ, and a section of even diaspora is being criticized and this and that, and ਪੰਜਾਬੀ ਜਿਹੜੇ ਹੈਗੇ ਨੇ ਉਹਨਾਂ ਤੇ ਫਿਰ ਸ਼ੱਕ ਦੀ ਸੂਈ ਖੜੀ ਕੀਤੀ ਜਾ ਰਹੀ ਹੈ। It's all nonsense. ਪੰਜਾਬ ਸਟੇਬਲ ਹੈਗਾ, ਪੰਜਾਬ 'ਚ ਕੋਈ ਪ੍ਰੋਬਲਮ ਨਹੀਂ ਹੈਗੀ ਹੈ, ਪੰਜਾਬ ਪੀਸਫੁਲ ਹੈਗਾ, ਪੰਜਾਬੀ ਪੀਸਫੁਲ ਹੈਗੇ ਨੇ, nobody wants any trouble। ਅੰਮ੍ਰਿਤਪਾਲ ਤੇ NSA ਲਾਉਣਾ ਜ਼ਰੂਰੀ ਸੀ? ਅੰਮ੍ਰਿਤਪਾਲ ਤੇ NSA ਲਾਣਾ ਜ਼ਰੂਰੀ ਸੀ। ਰੀਜ਼ਨ, NSA ਕੀ ਚੀਜ਼ ਹੈਗੀ ਹੈ? ਇਹ ਐਕਟ ਹੈਗਾ ਗਵਰਨਮੈਂਟ ਆਫ ਇੰਡੀਆ ਦਾ, ਪਾਰਲੀਮੈਂਟ ਪਾਸ ਹੈ, 1980 'ਚ ਪਾਸ ਹੋਇਆ। NSA ਲਾਉਣ ਦੇ ਵਿੱਚ ਕੁਝ ਪੁਆਇੰਟਸ ਹੁੰਦੇ ਨੇ, ਸਾਰਿਆਂ ਦੇ ਪੁਆਇੰਟ ਹੁੰਦੇ ਹੈਗੇ ਨੇ, ਜੇਕਰ ਕਿ ਤੁਹਾਨੂੰ ਜਾਪਦਾ ਹੈਗਾ ਨੈਸ਼ਨਲ ਸਿਕਿਉਰਿਟੀ ਜਿਹੜੀ ਹੈਗੀ ਹੈ ਦੈਟ ਇਜ਼ ਥ੍ਰੈਟਨਡ, NSA ਲੱਗਦਾ ਹੈਗਾ। ਸੈਕਿੰਡ ਹੈ, ਜੇ ਤੁਸੀਂ ਸਮਝਦੇ ਹੋ ਕਮਿਊਨਲ ਹਾਰਮ ਨਹੀਂ ਡਿਸਰਪਟ ਹੋ ਰਹੀ ਹੈਗੀ ਹੈ, ਉਹਦੇ 'ਚ NSA ਲੱਗ ਸਕਦਾ ਹੈਗਾ। ਔਰ ਤੀਜੀ ਪੁਆਇੰਟ ਉਹਦੇ 'ਚ ਹੈਗਾ, ਜੇ ਇਸ ਤਰ੍ਹਾਂ ਦਾ ਜਾਪਦਾ ਹੈ ਕਿਸੇ ਦੀ ਹਰਕਤਾਂ ਨਾਲ ਕਿ ਭਾਰਤ ਦੇਸ਼ ਦੇ ਕਿਸੇ ਹੋਰ ਦੇਸ਼ ਦੇ ਨਾਲ ਸੰਬੰਧ ਖਰਾਬ ਹੋ ਸਕਦੇ ਹੈਗੇ ਨੇ, ਤੇ ਉਹ ਵੀ ਜਿਹੜੀ ਗੱਲ ਹੈਗੀ ਹੈ ਉਹਦੇ ਉੱਤੇ ਵੀ NSA ਲੱਗ ਸਕਦਾ। ਇਹ 3 ਪੁਆਇੰਟ ਮੇਜਰ ਹੈਗੇ ਨੇ ਜਿਨ੍ਹਾਂ ਦੇ ਉੱਤੇ NSA ਲੱਗਦਾ ਹੈਗਾ। ਇਸ ਕੇਸ ਦੇ ਵਿੱਚ ਤੁਸੀਂ ਦੇਖੋ, ਕੁਝ ਲੋਕਾਂ ਨੇ ਜਿਹੜਾ ਕੁਝ ਕੀਤਾ ਲੰਡਨ ਦੇ ਵਿੱਚ ਕੀਤਾ, ਉਹਦੇ ਬਾਅਦ ਲੰਡਨ ਦੇ ਪ੍ਰਾਈਮ ਮਿਨਿਸਟਰ ਜਿਹੜੇ ਹੈਗੇ ਨੇ ਉਹਨਾਂ ਨੇ ਵੱਡਾ ਜਿਹਾ ਇੰਡੀਅਨ ਫਲੈਗ ਲਗਵਾਇਆ, ਥੈਂਕਸ ਟੂ ਹਿਮ। ਉਹਦੇ ਬਾਅਦ ਭਾਰਤ ਸਰਕਾਰ ਨੇ ਕਿਹਾ ਕਿ ਬ੍ਰਿਟਿਸ਼ ਐਮਬੈਸੀ ਜਿਹੜੀ ਹੈਗੀ ਉਹਦੇ ਸਾਹਮਣੇ ਜਿਹੜੇ ਸਿਕਿਉਰਿਟੀ ਐਪਰੇਟਸ ਪਰਮਾਨੈਂਟ ਹੈਗਾ ਹੈ, ਬਲੌਕੇਟਸ ਵਗੈਰਾ ਜਿਹੜੇ ਹੈਗੇ ਨੇ, PCR ਵੈਨ ਵਗੈਰਾ ਹਟਾ ਦਿਓ। ਇਹਦਾ ਤੁਸੀਂ ਸਮਝਦੇ ਹੋ ਭਾਰਤ ਦੇ ਉੱਤੇ ਅਸਰ ਨਹੀਂ ਪਏਗਾ। ਇੰਡੀਆ ਦੇ ਕੈਨੇਡਾ ਰਿਲੇਸ਼ਨਸ ਤੁਸੀਂ ਵੇਖ ਲਿਓ ਅੱਜ ਦੀ ਤਰੀਕ 'ਚ, ਟਰੂਡੋ ਹੈਡ ਕਮ ਹੀਅਰ, ਉਹਦਾ ਕੀ ਰਿਲੇਸ਼ਨ ਸੀ, ਕੀ ਉਸ ਵੇਲੇ ਬਾਅਦ ਹੋਇਆ, ਉਹਦੇ ਬਾਅਦ ਕੀ ਕੁਝ ਹੋਇਆ। ਸੈਕਸ਼ਨ ਆਫ ਯੂਨਾਈਟਿਡ ਸਟੇਟਸ ਵਿੱਚ ਜੋ ਕੁਝ ਸੈਨੇਟਰਸ ਹੈਗੇ ਨੇ, ਦੇ ਆਰ ਕੈਰਿੰਗ ਆਊਟ ਐਂਟੀ ਇੰਡੀਆ ਪ੍ਰੋਪੇਗੈਂਡਾ। ਯੈਸ, ਇੱਕ ਗਲਤੀ ਹੋ ਗਈ। ਇਫ ਯੂ ਲੁੱਕ ਐਟ ਦ ਲਾਸਟ ਪੁਆਇੰਟ ਜਿਹੜਾ ਮੈਂ ਦੱਸਿਆ NSA ਕਿਉਂ ਲੱਗਦਾ ਹੈਗਾ, ਜਦੋਂ ਇੰਡੀਆ ਦੇ ਰਿਲੇਸ਼ਨ ਕਿਸੇ ਫੋਰਨ ਪਾਵਰ ਦੇ ਨਾਲ ਅਫੈਕਟ ਹੋਣੇ ਸ਼ੁਰੂ ਹੋ ਜਾਂਦੇ ਨੇ, ਦੈਟ ਕੈਨ ਬੀ ਡਨ। ਸੈਕਿੰਡ, ਖਾਲਿਸਤਾਨ ਪੰਜਾਬ 'ਚ ਨਹੀਂ ਹੈਗਾ, ਕਦੇ ਆ ਨਹੀਂ ਸਕਦਾ, ਕਦੇ ਕੁਛ ਨਹੀਂ ਸਕਦਾ ਹੈ, ਪਰ ਖਾਲਿਸਤਾਨ ਵਾਲੇ ਪ੍ਰੋਪੇਗੈਂਡਾ ਦੇ ਨਾਲ ਕੁਝ ਸੈਕਸ਼ਨ ਆਫ ਪੀਪਲ ਜਿਹੜੇ ਹੈਗੇ ਨੇ ਥੋੜਾ ਹਿਲ ਜ਼ਰੂਰ ਜਾਂਦੇ ਹੈਗੇ ਨੇ। ਅੰਮ੍ਰਿਤਪਾਲ ਟਾਕਡ ਅਬਾਊਟ ਖਾਲਿਸਤਾਨ, ਹੋਣਾ ਕੁਛ ਨਹੀਂ ਹੈਗਾ, ਕੁਝ ਸੈਕਸ਼ਨਸ ਦੇ ਵਿੱਚ ਟੈਂਸ਼ਨਸ ਹੋਣਾ ਸ਼ੁਰੂ ਹੋ ਗਿਆ। ਅੰਮ੍ਰਿਤਸਰ ਜੀ ਸੂਰੀ ਮਾਰਿਆ ਗਿਆ ਸੀ, ਔਰ ਕਿਹੜਾ ਸੀ ਸੰਜੇ ਅੰਬੀਆ, ਕਿਹੜੇ ਸਨ ਹਾਕੀ ਪਲੇਅਰ ਸੇ ਉਹ ਮਾਰੇ ਗਏ ਸਨ, ਕੋਈ ਪੋਲੀਟੀਕਲ ਲੀਡਰ ਸੇ ਉਹਨਾਂ ਦਾ ਅਟੈਕ ਹੋ ਰਿਹਾ ਹੈਗਾ, ਇਸ ਕਰਕੇ ਵੀ। ਔਰ ਸਾਰੇ ਉਹਨੂੰ ਗਲਤ ਤਰੀਕੇ ਦੇ ਨਾਲ ਮਿਲਾ ਰਹੇ ਸਨ। ਇਹ ਖਾਲਿਸਤਾਨ ਦੀ ਜਿਹੜੀ ਗੱਲ ਇਸ ਪਾਸੋਂ ਹੋ ਰਹੀ ਸੀ, ਇਟ ਵਾਸ ਰੋਂਗ। ਇਹਨਾਂ ਵਿੱਚ ਤੁਸੀਂ ਪੰਜਾਬ ਪੁਲਿਸ ਦੀ ਥਿਊਰੀ ਨੂੰ ਨਕਾਰਤਾ। ਕਿਹੜੀ ਥਿਊਰੀ? ਖਾਲਿਸਤਾਨ ਵਾਲੀ। ਪੰਜਾਬ ਪੁਲਿਸ ਜਿਹੜਾ ਕਹਿਣਾ ਕਿ ਉਹਨਾਂ ਦੇ ਆਪਣੇ ਏਜੰਡੇ ਹੁੰਦੇ ਨੇ। ਮੈਂ ਵੀ ਸਰਕਾਰ 'ਚ ਕੰਮ ਕੀਤਾ, ਪੰਜਾਬ ਸਰਕਾਰ 'ਚ ਕੰਮ ਕੀਤਾ ਹੈਗਾ। ਸਾਨੂੰ ਕਈ ਵਾਰੀ ਇਹ ਪ੍ਰੈਸ਼ਰ ਪੈਂਦਾ ਹੈਗਾ ਕਿ ਇਹ ਤੁਸੀਂ ਖੜਾ ਕਰੋ ਜਿਹੜਾ ਕਿ ਇਸ ਤਰ੍ਹਾਂ ਦਾ ਨੈਰੇਟਿਵ ਜਿਹੜਾ ਕਿ ਸਾਨੂੰ ਸੂਟ ਕਰੇ। ਨਾ ਤਾਂ ਮੈਂ ਪੰਜਾਬ ਸਰਕਾਰ 'ਚ ਹੈਗਾ, ਨਾ ਮੈਂ ਸੈਂਟਰਲ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਹੈਗਾ, ਨਾ ਮੈਨੂੰ ਉਹਨਾਂ ਦਾ ਨੈਰੇਟਿਵ ਚਾਹੀਦਾ। ਖਾਲਿਸਤਾਨ ਦਾ ਨੈਰੇਟਿਵ ਕੌਣ ਖੜਾ ਕਰ ਰਿਹਾ? ਖਾਲਿਸਤਾਨ ਦਾ ਨੈਰੇਟਿਵ ਪਿਛਲੇ ਕਾਫੀ ਸਮਾਂ ਤੋਂ ਚੱਲ ਰਿਹਾ ਸੀ। ਇਫ ਯੂ ਟਾਕ, ਉਸ ਦਿਨ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ ਸਰਦਾਰ ਜਗਜੀਤ ਸਰਦਾਰ ਆਪਣੇ ਜਰਨਲਿਸਟ ਜਿਹੜੇ ਹੈਗੇ ਨੇ ਜਗਤਾਰ ਸਿੰਘ ਜੀ ਦਾ। ਇੰਪ੍ਰੈਸਿਵ, ਪਰਮਨ, ਐਬਸੋਲਿਊਟਲੀ ਐਕੂਰੇਟ। ਖਾਲਿਸਤਾਨ ਦੀ ਡਿਮਾਂਡ ਜਿਹੜੀ ਹੈਗੀ ਹੈ ਪਹਿਲੇ ਸ਼ੁਰੂ ਦੀ ਖਾਲਸਾ ਪਾਕਿਸਤਾਨ, ਖਾਲਸਾ ਸਿੱਖਿਸਤਾਨ। ਜਦੋਂ
ਉਹ ਤੁਹਾਡਾ ਜਿਹੜਾ ਹੈਗਾ ਮੁਸਲਿਮ ਲੀਗ ਉਹਨਾਂ ਨੇ ਕਿਹਾ ਸੀ ਇੰਡੀਪੈਂਡੈਂਸ ਤੋਂ ਪਹਿਲਾਂ ਕਿ ਪਾਕਿਸਤਾਨ ਬਣ ਰਿਹਾ ਉਸ ਵੇਲੇ ਜਿਹੜੇ ਸਨ ਮੇਰੇ ਖਿਆਲ 'ਚ ਸਰ ਨਾ ਭੁੱਲ ਰਿਹਾ ਹੈਗਾ ਹੀ ਹੈਡ ਸੈਡ ਕਿ ਸਿੱਖਿਸਤਾਨ ਵੀ ਹੋਣਾ ਚਾਹੀਦਾ ਹੈਗਾ ਉਹਦੇ ਬਾਅਦ ਉਹ ਖਤਮ ਹੋ ਗਿਆ ਉਹਦੇ ਬਾਅਦ ਸਮਾਂ ਤੇ ਲਗਾਤਾਰ 6 ਸਟੇਟ ਦੀ ਇੱਕ ਵਾਰੀ 6 ਸਟੇਟ ਦੀ ਇਹ ਵੀ ਹੋਇਆ ਜਿਸ ਤਰ੍ਹਾਂ ਜੰਮੂ ਕਸ਼ਮੀਰ ਦੇ ਵਿੱਚ 370 ਲੱਗਿਆ ਹੈਗਾ ਉਸ ਤਰ੍ਹਾਂ 370 ਲਾ ਕੇ ਪੰਜਾਬ ਨੂੰ ਵੀ ਇੱਕ ਆਟੋਨੋਮਸ ਏਰੀਆ ਬਣਾ ਦਿਓ ਇਸ ਤਰ੍ਹਾਂ ਦੀ ਡਿਮਾਂਡ ਉੱਠਦੀ ਰਹੀ ਹੈਗੀ ਹੈ ਨੋ ਡਾਊਟ ਬਟ ਜਿਸ ਤਰ੍ਹਾਂ ਸੁਪਰੀਮ ਕੋਰਟ ਨੇ ਕਿਹਾ ਸੀ ਆਪਣੇ ਜਜਮੈਂਟ ਦੇ ਵਿੱਚ ਦੇ ਵਰ ਆਲ ਥਿਓਰੀਟੀਕਲ ਡਿਸਕਸ਼ਨਸ ਥਿਓਰੀਟੀਕਲ ਗੱਲਾਂ ਕਦੇ ਵੀ ਕਿਸੇ ਵੀ ਏਜੰਸੀ ਨੇ ਕਿਸੇ ਸਮੇਂ 'ਤੇ ਖਾਲਿਸਤਾਨ ਦੇ ਨਾਂ ਦੇ ਉੱਤੇ ਆਰਮਸ ਨਹੀਂ ਚੱਕੇ ਅਸੀਂ ਗੱਲ ਕਰ ਰਹੇ ਸੀ ਭਿੰਡਰਾਂਵਾਲੇ ਦੀ ਉਹਨਾਂ ਨੇ ਵੀ ਕਦੇ ਖਾਲਿਸਤਾਨ ਦਾ ਨਾਂ ਐਸ ਸੱਚ ਨਹੀਂ ਲਿੱਤਾ ਮੈਕਸਿਮਮ ਸਟੇਟਮੈਂਟ ਉਹਨਾਂ ਦਾ ਇਹੀ ਸੀ ਕਿ ਜੇ ਸਾਨੂੰ ਦੇਗਾ ਤਾਂ ਅਸੀਂ ਲੈ ਲਿਆਂਗੇ ਹੀ ਨੈਵਰ ਆਸਕਡ ਪਰ ਇੱਥੇ ਡਿਮਾਂਡ ਜਿਹੜੀ ਖਾਲਿਸਤਾਨ ਦੀ ਇਸ਼ੂ ਸ਼ੁਰੂ ਹੋ ਗਈ ਸੀ ਆਈ ਡੋਂਟ ਨੋ ਕਿ ਦੇ ਬੀਐਸ ਦੇ ਬਾਅਦ ਦੇ ਵਿੱਚ ਸਾਡੇ ਕੋਈ ਜਰਨਲਿਸਟ ਭਰਾ ਦੱਸਣਗੇ ਤਾਂ ਇਸ ਸਮਾਂ ਜਦੋਂ ਸ਼ੁਰੂ ਹੋਈ ਖਾਲਿਸਤਾਨ ਦੀ ਗੱਲ ਉਹਦਾ ਨੈਚੁਰਲੀ ਪੰਜਾਬ ਦਾ ਜਿਹੜਾ ਦੌਰ ਸੀ ਕਾਲਾ ਦੌਰ ਐਵਰੀਬਡੀ ਸਫਰਡ ਹੁਣ ਜਦੋਂ ਗੱਲਬਾਤ ਸ਼ੁਰੂ ਹੋ ਰਹੀ ਹੈ ਨੈਚੁਰਲੀ ਕਾਫੀ ਲੋਕਾਂ ਦੇ ਵਿਚਕਾਰ ਇੱਕ ਅੰਦੇਸ਼ਾ ਸੇ ਆਉਣਾ ਸ਼ੁਰੂ ਹੋ ਗਿਆ ਸੀ ਕਿ ਹੁਣ ਕੀ ਹੋਣ ਜਾ ਰਿਹਾ ਹੈ ਕੁਝ ਨਹੀਂ ਹੋਏਗਾ ਤਾਂ ਇਸ ਕਰਕੇ ਨੈਚੁਰਲੀ ਜਿਹੜਾ ਹੈਗਾ NSA ਲਾਣਾ ਜ਼ਰੂਰੀ ਸੀ ਸਰ ਮੈਸੇਜ ਤਾਂ ਇਹ ਦਿੱਤਾ ਜਾ ਰਿਹਾ ਕਿ ਜੇ ਸਾਰੇ ਐਕਟਿਵ ਹੋ ਕੇ ਕੰਮ ਨਾ ਕਰਦੇ ਤਾਂ ਖਾਲਿਸਤਾਨ ਤਾਂ ਬਣ ਜਾਣਾ ਸੀ ਨੋ ਵੇ ਖਾਲਿਸਤਾਨ ਦੇ ਬਣਾਉਣ ਲਈ ਕੌਣ ਹੈਗਾ ਇੱਕ ਹੈਗਾ ਤੁਸੀਂ ਪਹਿਲੇ ਵੀ ਕਿਹੜੇ ਸਨ ਥੇ ਜਿਨ੍ਹਾਂ ਨੇ ਉੱਥੋਂ ਗੋਲਡਨ ਟੈਂਪਲ ਤੋਂ ਜਗਜੀਤ ਸਿੰਘ ਚੌਹਾਨ ਖਾਲਿਸਤਾਨ ਬਣ ਗਿਆ ਲੰਡਨ ਦੇ ਵਿੱਚ ਹੋ ਗਿਆ ਖਾਲਿਸਤਾਨ ਬਣ ਗਿਆ ਬਣਿਆ ਕਿਸੇ ਬੰਦੇ ਤੇ ਕਹਿਣ ਤਾਂ ਨਹੀਂ ਬੰਦਾ ਹੈਗਾ ਕੋਈ ਵੀ ਗੱਲ ਜਿਹੜੀ ਸ਼ੁਰੂ ਹੁੰਦੀ ਉਹਦੀ ਲੋਕਾਂ ਦਾ ਸਪੋਰਟ ਚਾਹੀਦਾ ਹੈਗਾ ਕੀ ਹੋਇਆ ਜਗਜੀਤ ਸਿੰਘ ਚੌਹਾਨ ਦਾ ਕੁਝ ਹੋਇਆ ਸੀ ਨਥਿੰਗ ਉਹਨਾਂ ਦਾ ਇੱਕ ਰਿਚੁਅਲ ਬਣ ਗਿਆ ਸੀ ਕਿ ਪਾਰਟਿਕੂਲਰ ਤਰੀਕ ਦੇ ਵਿੱਚ ਤੁਸੀਂ ਆਪਣਾ ਝੰਡਾ ਕਿਤੇ ਲਾ ਦਿਓ ਲੰਡਨ ਦੇ ਵਿੱਚ ਜਾਂ ਕਿਤੇ ਹੋਰ ਦੈਟਸ ਅਬਾਊਟ ਆਲ ਹੁਣ ਵੀ ਜਿਹੜੀ ਗੱਲ ਹੋ ਰਹੀ ਹੈਗੀ ਹੈ ਕੁਝ ਬੰਦੇ ਜਿਹੜੇ ਬਾਹਰ ਐਸੇ ਕਰ ਰਹੇ ਹੈਗੇ ਨੇ ਪੰਜਾਬ ਦੇ ਵਿੱਚ ਗੱਲ ਹੋ ਰਹੀ ਸੀ ਕਿਹੜਾ ਰੈਫਰੈਂਡਮ ਫਲਾਣਾ ਦੈਟ ਆਲ ਫੇਲਡ ਕਿਹੜਾ ਬੰਦਾ ਚਾਹੁੰਦਾ ਪੰਜਾਬ ਦੇ ਵਿੱਚ ਖਾਲਿਸਤਾਨ ਨੋ ਵਨ ਵਾਂਟਸ ਖਾਲਿਸਤਾਨ ਇੱਕ ਸਵਾਲ ਮੈਂ ਤੁਹਾਡੇ ਤੋਂ ਹੋਰ ਪੁੱਛਣਾ ਚਾਹੁੰਦਾ ਇਹ ਉਹ ਅੰਮ੍ਰਿਤਪਾਲ ਆ ਜਿਹੜਾ ਥਾਣੇ ਦੇ ਬਾਹਰ ਖੜਾ ਹੋ ਕੇ ਲਲਕਾਰੇ ਮਾਰਦਾ ਪਿਆ ਸੀਗਾ ਉਹ ਭਗੌੜਾ ਕਿਵੇਂ ਹੋ ਗਿਆ ਸ਼ਾਇਦ ਉਹਨੂੰ ਜ਼ਿੰਦਗੀ ਦਾ ਡਰ ਪੈ ਗਿਆ ਕਿ ਹਾਂ ਜੀ ਇਹ ਗੱਲ ਹੋ ਗਿਆ ਮੇ ਵੀ ਹੋ ਸਕਦਾ ਹੈਗਾ ਜਦੋਂ ਆਪੋਜੀਸ਼ਨ ਜਿਹੜਾ ਹੈਗਾ ਸਾਡੇ ਧਾਰਮਿਕ ਸਰਕਲਸ ਜਿਹੜੇ ਹੈਗੇ ਨੇ ਉਹਨਾਂ ਦੇ ਵੱਲੋਂ ਵੀ ਆਪੋਜੀਸ਼ਨ ਸ਼ੁਰੂ ਹੋ ਗਿਆ ਕਿ ਤੁਸੀਂ ਇਸ ਤਰ੍ਹਾਂ ਦੀ ਹਰਕਤ ਕਿਸ ਤਰ੍ਹਾਂ ਕਰ ਦਿੱਤੀ ਤੁਸੀਂ ਨੇ ਪਾਵਨ ਗ੍ਰੰਥ ਨੂੰ ਜਿਹਦੇ ਸਾਰੇ ਜਾ ਕੇ ਤੇ ਮੱਥਾ ਟੇਕਦੇ ਹੈਗੇ ਨੇ ਪੁਲਿਸ ਸਟੇਸ਼ਨ ਦੇ ਵਿੱਚ ਲੈ ਗਏ ਔਰ ਪੁਲਿਸ ਸਟੇਸ਼ਨ ਤੋਂ ਮੈਂ ਪੁਲਿਸ ਅਫਸਰ ਹੈਗਾ ਜਾਣਦਾ ਹੈਗਾ ਉਹਦੇ ਤੋਂ ਜਾਂ ਗੰਦੀ ਥਾਂ ਕੋਈ ਹੋ ਹੀ ਨਹੀਂ ਸਕਦੀ ਉੱਥੇ ਪੁਰਾਣੀ ਦਾਰੂ ਪਈ ਹੈਗੀ ਨਈ ਦਾਰੂ ਪਈ ਹੈਗੀ ਹੈ ਬਹੁਤ ਸਾਰੇ ਅਫਸਰ ਜਿਹੜੇ ਹੈਗੇ ਨੇ ਉਹ ਮੁਲਾਜ਼ਮ ਜਿਹੜੇ ਦਾਰੂ ਪੀ ਕੇ ਪਏ ਹੈਗੇ ਨੇ ਉੱਥੇ ਹੈਰੋਇਨ ਪਈ ਹੈਗੀ ਹੈ ਸਾਰਾ ਗੰਦ ਪਿਆ ਹੈਗਾ ਤੁਸੀਂ ਇਸ ਤਰ੍ਹਾਂ ਦੇ ਸਥਾਨ ਦੇ ਵਿੱਚ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਜਾ ਸਕਦੇ ਹੈਗੇ ਹੋ ਉਹਦੇ ਬਾਅਦ ਜਿਹੜਾ ਹੈਗਾ ਨੈਚੁਰਲੀ ਸਟਾਰਟਡ ਜਿਹਨੂੰ ਇੱਥੇ ਵੀ ਸਪੋਰਟ ਜਿਹੜਾ ਸਮਝ ਰਿਹਾ ਸੀ ਉਹਨੂੰ ਸਪੋਰਟ ਮਿਲੇਗਾ ਉਹ ਸਪੋਰਟ ਮਿਲਣਾ ਬੰਦ ਹੋ ਗਿਆ ਐਂਡ ਏਜੰਸੀਜ਼ ਦਾ ਪੁਲਿਸ ਦਾ ਸਰਕਾਰਾਂ ਦਾ ਪ੍ਰੈਸ਼ਰ ਪੈਣਾ ਸ਼ੁਰੂ ਹੁਆ ਤਾਂ ਉਹਨੇ ਕਿਹਾ ਕਿ ਹੁਣ ਭਗੌੜਾ ਹੋ ਜਾਓ ਉਹੀ ਬੰਦਾ ਹੈਗਾ ਜਿਹੜਾ ਕਿ ਇੱਕ ਸਟੇਟਮੈਂਟ ਦਿੰਦਾ ਸੀ ਕਿ ਮੇਰੇ ਤੇ ਕੁਝ ਵੀ ਹੋ ਜਾਏ ਮੈਂ ਤਾਂ ਨਹੀਂ ਨੱਠਾਂਗਾ ਤਾਂ ਨੱਠ ਗਿਆ ਤਾਂ ਕਿੰਨਾ ਵੱਡਾ ਬੰਦਾ ਸੀ ਉਹਦੇ ਆਪਣੇ ਸਟੇਟਮੈਂਟ ਉਹਦੇ ਆਪਣੀ ਜਿਹੜੀ ਹਰਕਤ ਹੈਗੀ ਉਹਨੂੰ ਦੇਖ ਲਿਆ ਤੁਸੀਂ ਅਜਨਾਲਾ ਕਾਂਡ ਤੋਂ ਬਾਅਦ ਤਾਂ ਜਥੇਦਾਰ ਸਾਹਿਬ ਨੂੰ ਵੀ ਮਿਲਦੇ ਆ ਉਹ ਮੈਨੂੰ ਪਤਾ ਨਹੀਂ ਸੁਣਿਆ ਹੈਗਾ ਮੈਂ ਪਰ ਇਹਦੇ ਮੈਂ ਸਮਝਦਾ ਹੈਗਾ ਕਿ ਜਥੇਦਾਰ ਸਾਹਿਬ ਨੂੰ ਵੀ ਸੌਰੀ ਇਹਦੇ 'ਚ ਮੈਨੂੰ ਕਮੈਂਟ ਨਹੀਂ ਕਰਨਾ ਚਾਹੀਦਾ ਹੈ ਕਿਉਂਕਿ ਇਟਸ ਅ ਰਿਲੀਜੀਅਸ ਥਿੰਗ ਇਹ ਸਭ ਤਾਂ ਨਿਊਜ਼ ਮੈਂ ਪੜ੍ਹੀ ਸੀ ਐਂਡ ਕਿਸੇ ਧਰਮ ਦੇ ਆਧਾਰੇ ਦੇ ਵਿੱਚ ਮੈਂ ਕਮੈਂਟ ਨਹੀਂ ਕਰਨਾ ਚਾਹਾਂਗਾ ਸੋ ਆਈ ਸੌਰੀ ਆਈ ਸਟਾਰਟਡ ਟਾਕਿੰਗ ਅਬਾਊਟ ਇਟ ਬਟ ਆਮ ਸ਼ੋਰ ਦੈਟ ਇਟਸ देयर ਐਂਡ ਆਉਣ ਵਾਲੇ ਸਮਾਂ 'ਚ ਪੂਰੀ ਗੱਲ ਜਿਹੜੀ ਹੈਗੀ ਬਾਹਰ ਆ ਵੀ ਜਾਏਗੀ ਇੱਕ ਆਖਰੀ ਸਵਾਲ ਕਰਨਾ ਪਲੀਜ਼ ਪੰਜਾਬ ਦੀ ਇਮੇਜ ਜਿਹੜੀ ਕਿਸਾਨ ਅੰਦੋਲਨ ਵੇਲੇ ਬਣੀ ਸੀ ਕਿ ਉਸ ਨੂੰ ਡਿਸਟਰੋਏ ਕਰਨ ਦੀ ਇਹ ਕੋਸ਼ਿਸ਼ ਮੰਨੀ ਜਾ ਸਕਦੀ ਹੈ ਮੇਬੀ ਨਾਟ ਜਦੋਂ ਆਪਣਾ ਫਾਰਮਰਸ ਐਜੀਟੇਸ਼ਨ ਚੱਲ ਰਿਹਾ ਹੈ ਸੰਗੂ ਬਾਰਡਰ ਤੇ ਉੱਥੇ ਵੀ ਕੁਝ ਖਾਲਿਸਤਾਨ ਪ੍ਰੋ ਖਾਲਿਸਤਾਨ ਪੋਸਟਰਸ ਆ ਗਏ ਸਨ ਰਾਈਟ ਉਹਦੇ ਬਾਅਦ ਅ ਸੈਕਸ਼ਨ ਆਫ ਪੀਪਲ ਜਿਹੜੇ ਕਿ ਉੱਥੇ ਬੈਠੇ ਹੋਏ ਸਨ ਫਾਰਮਰਸ ਐਜੀਟੇਸ਼ਨ ਦੇ ਵਿੱਚ ਵੀ ਸਨ ਉਹਨਾਂ ਨੇ ਆਪਣਾ ਰੈੱਡ ਫੋਰਟ ਜਾ ਕਰਕੇ ਕੁਝ ਇਸ ਤਰ੍ਹਾਂ ਦੀ ਗੱਲਾਂ ਕੀਤੀਆਂ ਹੁਣ ਜਿਹੜਾ ਹੈਗਾ ਹੋ ਸਕਦਾ ਹੈ ਯੈਸ ਕਿ ਇਹ ਦੋ ਚੀਜ਼ਾਂ ਜਿਹੜੀ ਹੈਗੀਆਂ ਨੇ ਉੱਥੇ ਜਿਹੜਾ ਹੋਇਆ ਉੱਥੇ ਇੱਕ ਇਹ ਵੀ ਨੈਰੇਟਿਵ ਹੋ ਗਿਆ ਸੀ ਕਿ ਪੰਜਾਬ ਦੇ ਜਿਹੜੇ ਫਾਰਮਰਸ ਹੈਗੇ ਨੇ ਸ਼ਾਇਦ ਉਹ ਇੱਕ ਪਾਰਟਿਕੂਲਰ ਪੋਲੀਟੀਕਲ ਪਾਰਟੀ ਨੂੰ ਸਪੋਰਟ ਨਹੀਂ ਕਰਨਗੇ ਔਨ ਥੀਸ ਇਸ਼ੂਜ਼ ਔਨ ਫਾਰਮਰ ਇਸ਼ੂਜ਼ ਐਂਡ ਆਲ ਦੋਜ਼ ਥਿੰਗਸ ਤੇ ਹੋ ਸਕਦਾ ਹੈਗਾ ਉਹਦੇ ਕਰਕੇ ਇਸ ਤਰ੍ਹਾਂ ਦਾ ਕੋਈ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀ ਗਈ ਹੋਏ ਬਟ ਮੈਨੂੰ ਨਹੀਂ ਜਾਪਦਾ ਐਸਾ ਨੈਰੇਟਿਵ ਕभी ਸਕਸੈਸ ਹੋ ਸਕਦਾ ਹੈਗਾ ਪੰਜਾਬ ਚਾਹੇ ਸਾਡੇ ਫਾਰਮਰਸ ਹੈਗੇ ਨੇ ਚਾਹੇ ਸਾਡੇ ਵਰਕਰਸ ਹੈਗੇ ਨੇ ਚਾਹੇ ਸਾਡੀ ਫੌਜ ਹੈਗੀ ਹੈ ਚਾਹੇ ਪੁਲਿਸ ਵਾਲੇ ਹੈਗੇ ਨੇ ਦੇ ਆਰ ਆਲ ਪ੍ਰੋ ਇੰਡੀਆ ਐਂਡ ਪ੍ਰੋ ਪੰਜਾਬ ਨੋਬਡੀ ਵਾਂਟਸ ਐਨੀ ਸਚ ਥਿੰਗ ਇੱਕ ਆਖਰੀ ਸਵਾਲ ਪਲੀਜ਼ ਕਈ NRIs ਜਿਨ੍ਹਾਂ ਨੇ ਪੰਜਾਬ ਆਉਣਾ ਸੀ ਜਿਨ੍ਹਾਂ ਨੇ ਇੰਡੀਆ ਆਉਣਾ ਸੀਗਾ ਆਪਣੀਆਂ ਟਿਕਟਾਂ
ਪੋਸਟਪੋਨ ਕਰਾਉਣ ਬਾਰੇ, ਆਪਣੀ ਫਲਾਈਟ ਪੋਸਟਪੋਨ ਕਰਾਉਣ ਬਾਰੇ, ਆਪਣੀ ਟਿਕਟਾਂ ਕੈਂਸਲ ਕਰਾਉਣ ਬਾਰੇ ਸੋਚਣ ਲੱਗ ਪਏ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਉਹਨਾਂ ਨੂੰ ਮੈਂ ਹੀ ਕਹਿਣਾ ਚਾਹਾਂਗਾ ਉਸ ਵੇਲੇ ਵੀ ਕੋਈ ਖਾਲਿਸਤਾਨ ਦੀ ਗੱਲ ਨਹੀਂ ਸੀ ਕਿ ਕੁਝ ਅਨਸਰਾਂ ਨੇ ਇੱਕ ਫਿਰ ਖਾਲਿਸਤਾਨ ਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਔਰ ਜੇ ਉਹਨਾਂ ਨੇ ਆਪਣੀ ਟਿਕਟਾਂ ਕੈਂਸਲ ਕਰਾਤੀਆਂ ਤੇ ਇਹ ਅਗਫੇਰ ਸ਼ੋ ਕਰਦਾ ਹੈਗਾ ਕਿ ਦੇ ਆਲਸੋ ਡੋਂਟ ਵਾਂਟ ਖਾਲਿਸਤਾਨ, ਦੇ ਆਰ ਅਗੇਂਸਟ ਖਾਲਿਸਤਾਨ। ਉਹਨਾਂ ਨੂੰ ਪਤਾ ਹੈ ਜੇ ਇਸ ਤਰ੍ਹਾਂ ਦੀ ਗੱਲ ਹੁੰਦੀ ਹੈਗੀ ਹੈ ਤੇ ਫਿਰ ਪੰਜਾਬ ਦੇ ਵਿੱਚ ਚੈਨ ਅਮਨ ਖਤਮ ਹੋ ਜਾਏਗਾ। ਉਹਨਾਂ ਦਾ ਟਿਕਟ ਕੈਂਸਲ ਕਰਾਉਣਾ ਵਿੱਚ ਸਾਫ਼ ਸ਼ੋ ਕਰਦਾ ਹੈਗਾ ਕਿ ਦੇ ਆਰ ਆਲਸੋ ਅਗੇਂਸਟ this stupid concept of Khalistan etc whatever it is. Nobody wants it. ਸਭ ਚਾਹੁੰਦੇ ਹੈਗੇ ਨੇ, ਚਾਹੇ ਇੱਥੇ ਹੈਗੇ ਨੇ ਜਿਹੜੇ ਬੰਦੇ ਬਾਹਰ ਰਹਿ ਰਹੇ ਨੇ ਡਾਇਸਪੋਰਾ, ਉਹ ਇੱਥੇ ਪੰਜਾਬ 'ਚ ਆ ਕੇ ਆਪਣੇ ਮਿੱਤਰਾਂ ਦੇ ਨਾਲ ਨਹੀਂ ਮਿਲ ਸਕਦੇ ਗਏ, ਮਿਲਣਾ ਚਾਹੁੰਦੇ ਹੈਗੇ ਨੇ। ਉਹਨਾਂ ਦੀ ਪ੍ਰਾਪਰਟੀ ਇੱਥੇ ਪਈ ਹੈਗੀ, ਉਹਨਾਂ ਨੂੰ ਆ ਕੇ ਵੇਖਣੀ ਹੈਗੀ ਹੈ। So nobody wants, everybody wants peace all over the world. ਕੁਝ ਵੈਸਟਡ ਇੰਟਰਸਟ ਹੈਗੇ ਨੇ ਵਿਦੇਸ਼ਾਂ 'ਚ ਚਾਹੇ ਜਿੱਥੇ ਵੀ ਹੈਗੇ ਨੇ, who try to raise up this issue time and again and that's what it is. ਚਲੋ ਬਹੁਤ ਧੰਨਵਾਦ ਸ਼ਸ਼ੀ ਕਾਂਤ। ਧੰਨਵਾਦ ਸਰ, ਥੈਂਕ ਯੂ। ਇਹ ਸਨ ਸਾਬਕਾ ਡੀਜੀਪੀ ਸ਼ਸ਼ੀ ਕਾਂਤ ਤੇ ਜਿਨ੍ਹਾਂ ਦਾ ਵਿਊ ਪੁਆਇੰਟ ਤੁਸੀਂ ਸੁਣ ਲਿਆ। ਇਸ ਤੋਂ ਅੱਗੇ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ। ਬਹੁਤ ਧੰਨਵਾਦ।